ਮਾਰੂ ਮਹੱਲਾ ਪਹਿਲਾ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਪਾਵਨ ਸ਼ੁਭ ਉਪਦੇਸ਼ ਉਚਾਰਨ ਕਰ ਰਹੇ ਹਨ। ਇੱਕ ਦਿਨ ਗੁਰੂ ਸਾਹਿਬ ਜੀ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ ਅਗੰਮ ਸਰੂਪ ਦੇ ਵਿੱਚ ਬਿਰਾਜਮਾਨ ਸਨ, ਜਿਸ ਸਰੂਪ ਦੇ ਵਿੱਚੋਂ ਅਜੇ ਸ੍ਰਿਸ਼ਟੀ ਦੀ ਰਚਨਾ ਨਹੀਂ ਕੀਤੀ ਸੀ, ਯੁਗਾਂ ਆਦਿ ਦੀ ਮਰਿਆਦਾ ਵੀ ਨਹੀਂ ਬਣਾਈ ਸੀ। ਉਸ ਵੇਲੇ ਦੀ ਅਵਸਥਾ ਉਹਨੂੰ ਸਤਿਗੁਰੂ ਜੀ ਸਾਡੀ ਜਾਣਕਾਰੀ ਹਿੱਤ ਕਥਨ ਕਰਦੇ ਨੇ, ਬਿਆਨ ਕਰਦੇ ਨੇ। ਸਾਡੇ ਜੰਮਣ ਤੋਂ ਪਹਿਲਾਂ ਦਾ ਕਿ ਸ੍ਰਿਸ਼ਟੀ ਦੇ ਵੀ ਜੰਮਣ ਤੋਂ ਪਹਿਲਾਂ, ਦੇਵੀ ਦੇਵਤਿਆਂ ਦੇ ਵੀ ਜੰਮਣ ਤੋਂ ਪਹਿਲਾਂ, ਉਦੋਂ ਦੀ ਬਾਤ ਨੂੰ ਤਾਂ ਗੁਰੂ ਸਾਹਿਬ ਖੁਦ ਆਪ ਹੀ ਜਾਣਦੇ ਨੇ। ਅਗੰਮ ਪੁਰਖ ਦੀ ਬਾਤ, ਬੇਗੁੰਬਰੇ ਦੀ ਬਾਤ ਅਤੇ ਸ੍ਰਿਸ਼ਟੀ ਦੀ ਜਦੋਂ ਰਚਨਾ ਨਹੀਂ ਸੀ ਹੋਈ ਉਦੋਂ ਦੀ ਬਾਤ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਵਰਣਨ ਕਰਦੇ ਹਨ, ਤਾਂ ਕਿ ਸਾਨੂੰ ਸੋਝੀ ਆ ਸਕੇ ਕਿ ਜਿਸ ਨੂੰ ਅਸੀਂ ਮੰਨਣਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੈ। ਮਤਲਬ ਜਿਸ ਦੇ ਪੈਦਾ ਕੀਤੇ ਹੋਏ ਸਾਰੇ ਜੀਅ ਜੰਤ ਦੇਵੀ ਦੇਵਤੇ ਨੇ, ਉਹਨਾਂ ਦਾ ਨਾਮ ਜਪਣ ਦਾ ਜਾਂ ਉਹਨਾਂ ਦੀ ਪੂਜਾ ਕਰਨ ਦਾ ਕੋਈ ਲਾਭ ਨਹੀਂ। ਐਸੇ ਵਾਹਿਗੁਰੂ ਦੇ ਲੜ ਲੱਗੋ ਜਿਹੜਾ ਦੇਵਤਿਆਂ ਦੇ ਜੰਮਣ ਤੋਂ ਵੀ ਪਹਿਲਾਂ ਦਾ ਹੈ, ਔਰ ਉਹਦੀ ਖੁਦ ਆਪ ਦੀ ਵੀ ਬੜੀ ਬੰਦਗੀ ਹੈ। ਸਮਝ ਲਓ ਕਿ ਉਸੇ ਹੀ ਅਕਾਲ ਪੁਰਖ ਨੇ ਗੁਰੂ ਨਾਨਕ ਸਾਹਿਬ ਦਾ ਸਰਗੁਣ ਸਰੂਪ ਧਾਰਿਆ ਹੈ। ਮਹਾਰਾਜ ਆਪ ਦੀ ਬਾਤ ਬਤਾ ਰਹੇ ਹਨ, ਪਿਆਰ ਨਾਲ ਸੁਣੋ ਜੀ। ਕੀਤੇ ਜੋਗਾ ਵਰਤੇ ਗੋਬਾਰਾ। ਜਦੋਂ ਕਿਤਨੇ ਹੀ ਯੁੱਗ ਅੰਧਕਾਰ ਵਰਤਦਾ ਸੀ, ਤਾਣੀ ਲਾਈ ਅਪਰ ਅਪਾਰਾ। ਉਸ ਸਮੇਂ ਬੇਅੰਤ ਤੋਂ ਬੇਅੰਤ ਪ੍ਰਮਾਤਮਾ ਨੇ ਆਪਣੇ ਆਪ ਦੇ ਵਿੱਚ ਸਮਾਧੀ ਲਾਈ ਹੋਈ ਸੀ। ਤੰਦੂਕਾਰ ਨਿਰਾਲਮ ਬੈਠਾ। ਉਸ ਅੰਧਕਾਰ ਦੇ ਵਿੱਚ ਪਰਮੇਸ਼ਰ ਅਸੰਗ ਹੋ ਕੇ ਬੈਠਾ ਸੀ। ਨਾ ਤਦ ਧੰਦ ਪਸਾਰਾ ਹੈ। ਨਾ ਹੀ ਤਦੋਂ ਦੁਨੀਆ ਦੇ ਧੰਦਿਆਂ ਦਾ ਪਸਾਰਾ ਸੀ, ਜਾਂ ਰਾਜਸੀ ਤਾਮਸੀ ਸਾਂਤਕੀ ਅਤੇ ਚਾਰੇ ਖਾਣੀਆਂ ਦੇ ਧੰਦਿਆਂ ਦਾ ਉਦੋਂ ਪਸਾਰਾ ਨਹੀਂ ਸੀ ਕੀਤਾ ਹੋਇਆ। ਜੋਗਾ ਸਤੀਹਾ ਤਿਨ ਵਰਤਾਏ। ਘੁੱਪ ਹਨੇਰੇ ਵਾਲੇ 36 ਯੁੱਗ ਉਸੇ ਪਰਮੇਸ਼ਰ ਨੇ ਵਰਤਾਉਣਾ ਕੀਤੇ ਸਨ। ਭਾਵ ਜਿਹੜੇ 36 ਯੁੱਗ ਨੇ ਇਹ ਅੰਧਕਾਰ ਦੇ ਵਰਤਾਏ, ਜਦੋਂ ਨਾ ਸੂਰਜ, ਨਾ ਚੰਦਰਮਾ, ਨਾ ਤਾਰੇ, ਨਾ ਆਕਾਸ਼, ਨਾ ਹਵਾ, ਨਾ ਪਾਣੀ, ਪੰਜ ਤੱਤ ਆਦਿਕ ਵੀ ਨਹੀਂ ਮੌਜੂਦ ਸਨ। ਉਸ ਵਕਤ ਅਕਾਲ ਪੁਰਖ ਖੁਦ ਬਖੁਦ ਸਮਾਧੀ ਵਿੱਚ ਲੀਨ ਸੀਗਾ, ਔਰ ਸਮਾਧੀ ਵਿੱਚ ਲੀਨ ਵਾਹਿਗੁਰੂ ਮੰਤਰ ਦਾ ਜਾਪ ਜਪ ਰਿਹਾ ਸੀ। 9 ਯੁੱਗ ਵਾਵੀ ਅੱਖਰ ਦਾ ਜਾਪ ਕੀਤਾ, 9 ਯੁੱਗ ਹਾਹੀ ਅੱਖਰ ਦਾ ਜਾਪ ਕੀਤਾ, 9 ਯੁੱਗ ਗੱਗੀ ਅੱਖਰ ਦਾ ਜਾਪ ਜਪਿਆ ਤੇ 9 ਯੁੱਗ ਰਾਰੀ ਅੱਖਰ ਦਾ ਜਾਪ ਜਪਿਆ। ਇਉਂ ਇੱਕ ਇੱਕ ਅੱਖਰ ਨੂੰ 9 ਯੁੱਗ ਦ੍ਰਿੜ ਕੀਤਾ। ਉਸ ਤੋਂ ਉਪਰੰਤ ਵਾਹਿਗੁਰੂ ਮੰਤਰ ਹੋਂਦ ਵਿੱਚ ਆਇਆ ਤੇ 4 ਯੁੱਗਾਂ ਦੇ ਜੀਵਾਂ ਨੂੰ ਸੰਪੂਰਨ ਮੰਤਰ ਨਹੀਂ ਦਿੱਤਾ। ਵਾਵੇ ਤੋਂ ਵਾਸਦੇਵ, ਹਾਹੇ ਤੋਂ ਹਰਿ, ਗੱਗੇ ਤੋਂ ਗੋਬਿੰਦ ਤੇ ਰਾਰੇ ਤੋਂ ਰਾਮ, 4 ਯੁੱਗਾਂ ਦੇ ਜੀਵਾਂ ਨੂੰ ਜਪਣ ਲਈ ਬਖਸ਼ਿਸ਼ ਕੀਤਾ। ਫਿਰ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਬਿਠਾਇਆ। ਧਰਤੀ ਦੀ ਇਹ ਪੁਕਾਰ ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਸਰੂਪ ਆਪਣੇ ਆਪ ਦਾ ਸੰਸਾਰ ਦੇ ਵਿੱਚ ਭੇਜਣਾ ਕੀਤਾ, ਪ੍ਰਵਿਰਤ ਕੀਤਾ। ਤੇ ਇਸ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਪਤ ਨਾਮ ਪ੍ਰਗਾਜਾ, ਜਿਹੜਾ ਵਾਹਿਗੁਰੂ ਨਾਮ ਗੁਪਤ ਸੀਗਾ, ਉਹਨੂੰ ਪ੍ਰਗਟ ਕਰਕੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ। ਗੁਰ ਮੰਤਰ ਵਾਹਿਗੁਰੂ ਦਾ ਜਾਪ
इस कलयुग के भयानक समय ਦੇ ਵਿੱਚ ਪ੍ਰਗਟ ਕੀਤਾ। ऐसे महाराज सच्चे पातशाह जी जिन्हों ने 36 युग अंधकार के समय आप दी समाधि ਦੇ ਵਿੱਚ ਸਥਿਤ हो के वाहिगुरु नाम का जाप जपिया। उस तो उपरंत जद ब्रह्मा नूं हंकार सहित वेखिया ते उन्हों कमल की नाली में सुट दिता सीगा। नाभ कमल ते ब्रह्मा उपजे, वेद पढ़े मुखकंठ सवार, ताकू अंत न जाई लखना, आवत जात रहे गुबार। उस समय 18 युग हेठा नूं गया ते 18 युगां विच उपर नूं आया। उन्हां 36 युगां विच कुप हनेरा सी। उन्हां 36 युगां च परमेश्वर ने वाहिगुरु मंत्र की रचना की सी। ज्यों तिस पाना तिवै चलाए, जिवें तिस दा हुक्म हुंदा है या उस नूं पाउंदा है उवें ही चलाउणा करदा है। तिसै सरीका ना दिसै कोई, इस परमात्मा दा कोई भी शरीक नहीं दिसदा। आपे अपर अपारा है, ਉਹ ਅਪਰ ਉੱਥੇ ਰਹਿਣ ਵਾਲੀ ਪ੍ਰਕਿਰਤੀ ਕਰਕੇ ਪਾਰਾਵਾਰ ਤੋਂ ਰਹਿਤ ਆਪੇ ਆਪ ਹੀ ਸਰੂਪ ਹੈ। ਗੁਪਤੇ ਬੂਝਾ ਹੋ ਜੁਗ ਚਤੁਆਰੇ, ਇਹ ਭਾਈ ਉਸ ਸਮੇਂ 4 ਯੁਗਾਂ ਦੇ ਨਾਮ ਵੀ ਲੁਕੇ ਹੋਏ ਸਮਝਣਾ ਕਰੋ। ਘਟ ਘਟ ਵਰਤੈ ਉਦਰ ਮਜਾਰੇ, ਚੌਹਾਂ ਖਾਣੀਆਂ ਦੇ ਘਟਾਂ ਘੜਾਂ ਦੇ ਜੀਵ ਉਸ ਪ੍ਰਭੂ ਦੇ ਉਦਰ ਵਿੱਚ ਹੀ ਵਰਤਦੇ ਸਨ। ਭਾਵ ਉਦਰ ਦੇ ਅੰਦਰ ਹੀ ਸੰਕੋਚੇ ਹੋਏ ਸਨ, ਕੋਈ ਵੀ ਪ੍ਰਗਟ ਨਹੀਂ ਕੀਤੇ ਸਨ। ਜੁਗ ਜੁਗ ਏਕਾ ਏਕੀ ਵਰਤੈ, ਯੁਗਾਂ ਯੁਗਾਂ ਦੇ ਵਿੱਚ ਇੱਕੋ ਇੱਕ ਪ੍ਰਮਾਤਮਾ ਆਪ ਹੀ ਵਰਤਦਾ ਹੈ। ਕੋਈ ਬੂਝੈ ਗੁਰ ਵਿਚਾਰਾ ਹੈ, ਪਰ ਇਸ ਭੇਦ ਨੂੰ ਕੋਈ ਗੁਰਮੁਖ ਹੀ ਗੁਰਾਂ ਦੇ ਸ਼ਬਦ ਹੀ ਵਿਚਾਰ ਕਰਕੇ ਬੁੱਝਦਾ ਹੈ। ਅੱਗੇ ਹੁਣ ਉਤਪਤੀ ਕਾਲ ਦਾ ਵਰਣਨ ਕਰਦੇ ਹਨ। ਬਿੰਦ ਰਗਤ ਮਿਲ ਪਿੰਡ ਸਰੀਆ, ਫਿਰ ਪਰਮਾਤਮਾ ਨੇ 5 ਤੱਤਾਂ ਦੀਆਂ ਖਿਲਤਾਂ ਬਣਾ ਕੇ ਪਿਤਾ ਦੇ ਬੀਰਜ ਤੇ ਮਾਤਾ ਦੀ ਰਕਤ ਨੂੰ ਮਿਲਾ ਕੇ ਸਭ ਸਰੀਰ ਸਿਰਜਣਾ ਕੀਤੇ ਹਨ। ਪੌਣ ਪਾਣੀ ਅਗਣੀ ਮਿਲ ਜੀਆ, ਹਵਾ ਪਾਣੀ ਅੱਗ ਆਕਾਸ਼ ਤੇ ਧਰਤੀ ਆਦਿਕ ਤੱਤਾਂ ਨੂੰ ਮਿਲਾ ਕੇ ਜੀਵਾਂ ਵਿੱਚ ਚੇਤਨ ਸੱਤਾ ਪਾਉਣਾ ਕੀਤੀ ਹੈ। ਇਉਂ ਸੂਖਮ ਤੱਤਾਂ ਕਰਕੇ ਸੂਖਮ ਤੇ ਸਥੂਲ ਤੱਤਾਂ ਕਰਕੇ ਸਥੂਲ ਸਰੀਰ ਰਚਨਾ ਕੀਤੇ ਹਨ। ਆਪੇ ਚੋਜ ਕਰੇ ਰੰਗ ਮਹਲੇ, ਆਨੰਦਦਾਇਕ ਮਹਿਲਾਂ ਦਾ ਮਾਲਕ ਸਰੀਰ ਰੂਪੀ ਮੰਦਰ ਵਿੱਚ ਆਪ ਹੀ ਵਸਦਾ ਹੋਇਆ ਸਾਰੇ ਕੌਤਕ ਕਰਦਾ ਹੈ। ਅਤੇ ਹੋਰ ਮਾਇਆ ਮੋਹ ਪਸਾਰਾ ਹੈ, ਹੋਰਨਾਂ ਸਰੀਰਾਂ ਵਿੱਚ ਮਾਇਆ ਦੇ ਮੋਹ ਨੂੰ ਪਸਾਰਨਾ ਕੀਤਾ ਹੈ। ਗਰਭ ਕੁੰਡਲ ਮਹਿ ਉਰਦ ਧਿਆਨੀ, ਜੀਵ ਮਾਤਾ ਦੇ ਗਰਭ ਦੇ ਗੋਲਾਕਾਰ ਘੇਰੇ ਜਾਂ ਗਰਭ ਕੁੰਡ ਵਿੱਚ ਉਲਟਾ ਲਮਕਦਾ ਹੋਇਆ ਪਰਮੇਸ਼ਰ ਦੇ ਧਿਆਨ ਵਿੱਚ ਜੁੜਿਆ ਹੋਇਆ ਸੀ। ਹੁਣ ਇਹਨੂੰ ਚੇਤਾ ਹੀ ਭੁੱਲ ਗਿਆ ਕਿ ਮਹਾਰਾਜ ਦੇ ਸਰੂਪ 'ਚ ਧਿਆਨ ਲਗਾਉਣਾ ਹੈ। ਆਪੇ ਜਾਣੈ ਅੰਤਰ ਜਾਮੇ, ਵਾਹਿਗੁਰੂ ਵਾਹਿਗੁਰੂ ਨਾਮ ਦੀ ਧੁਨੀ ਵਿੱਚ ਇਹਦਾ ਧਿਆਨ ਸੀਗਾ। ਧੁਨ ਮੈਂ ਧਿਆਨ ਮੈਂ ਜਾਣਿਆ, ਜਿਸ ਕਰਕੇ 101 ਜਨਮਾਂ ਦੀ ਇਹਨੂੰ ਸੋਝੀ ਸੀਗੀ। ਤੇ ਪਰ ਵਿੱਚੋਂ ਗਰਭ ਨਿਕਲ ਆਇਆ, ਖਸਮ ਸਾਰ ਦੁਨੀ ਚ ਤਲਾਇਆ। ਵਾਹਿਗੁਰੂ ਭੁੱਲ ਗਿਆ, ਮਾਇਆ 'ਚ ਚਿੱਤ ਜੁੜ ਗਿਆ। ਅੰਦਰ ਦੀ ਜਾਣਨ ਵਾਲਾ ਪਰਮਾਤਮਾ ਆਪ ਹੀ ਜਾਣਦਾ ਸੀ ਕਿ ਮਾਤਾ ਦੇ ਗਰਭ ਵਿੱਚ ਪਰਾਬਾਣੀ ਦੁਆਰਾ ਇਸ ਕੋਲੋਂ ਜਾਪ ਕਰਾਇਆ ਜਾਵੇ ਤਾਂ ਹੀ ਇਹ ਬਚ ਸਕਦਾ ਹੈ। ਆਪਣਾ ਸਿਮਰਨ ਦੇ ਪ੍ਰਤਪਾਲਿਆ ਉਹ ਸਗਲ ਘਟਾਂ ਦਾ ਮਾਲਕਾ। ਉਹਨੇ ਆਪ ਦਾ ਸਿਮਰਨ ਦੇ ਕੇ ਇਹਦੀ ਪਾਲਣਾ ਕੀਤੀ ਹੈ। ਜਿਸ ਤਰ੍ਹਾਂ ਕਸ਼ੂ ਆਂਡਾ ਧਿਆਨ ਧਰ ਕਰ ਪਰ ਪੱਕ ਨਦੀ ਵਿੱਚ ਆਣਾ ਹੈ। ਕਸ਼ੂ ਕੰਮੀ ਦੇ ਧਿਆਨ ਦੇ ਵਿੱਚ ਰੱਬ ਨੇ ਤਾਕਤ ਦਿੱਤੀ ਹੈ।
कि ਉਹਦਾ ਅੰਡਾ ਆਪਣੇ ਆਪ ਪੱਕ ਕੇ ਉਹਦੇ ਚੋਂ ਬੱਚੇ ਨਿਕਲ ਕੇ ਤੇ ਪਾਣੀ ਦੇ ਵਿੱਚ ਕਸ਼ੋ ਕਮੀ ਨਾ ਮਿਲ ਜਾਂਦੇ ਨੇ। ਇਸੇ ਤਰ੍ਹਾਂ ਕਬੀਰ ਚੁਗੈ ਚਿਤਾਰੇ ਭੀ ਚੁਗੈ ਚੁਗ ਚੁਗ ਚਿਤਾਰੇ, ਜੈਸੇ ਬਚ ਰਹੇ ਕੂੰਜ ਮਨ ਮਾਇਆ ਮਮਤਾਰੇ। ਕੂੰਜਾਂ ਜਿਹੜੀਆਂ ਨੇ ਉਹਨਾਂ ਦੇ ਸਿਮਰਨ 'ਚ ਵੀ ਤਾਕਤ ਹੈ ਕਿ ਉਹਨਾਂ ਦੇ ਬੱਚੇ ਆਪਣੇ ਆਪ ਹੀ ਬਰਫੀਲੇ ਇਲਾਕਿਆਂ ਵਿੱਚੋਂ ਆਂਡਿਆਂ 'ਚੋਂ ਨਿਕਲ ਕੇ ਤੇ ਉੱਡ ਕੇ ਉਹਨਾਂ ਨਾਲ ਆ ਮਿਲਦੇ ਨੇ। ਇਉਂ ਸਿਮਰਨ 'ਚ ਰੱਬ ਨੇ ਤਾਕਤ ਭਰੀ ਹੈ। ਆਪਦੇ ਨਾਮ ਦਾ ਸਿਮਰਨ ਦੇ ਕੇ ਉਸ ਬੱਚੇ ਦੀ ਪਰਵਿਸ਼ ਕੀਤੀ। ਮਹਾਰਾਜ ਨੂੰ ਪਤਾ ਸੀ ਵੀ ਜੇ ਜਾਪ ਨਹੀਂ ਸੁਣੇਗਾ ਤਾਂ ਇਹਦੀ ਮੌਤ ਹੋ ਜਾਏਗੀ। ਇਸ ਲਈ ਵਾਹਿਗੁਰੂ ਨੇ ਇਹਦੇ ਜਨਮ ਵਾਸਤੇ 9 ਮਹੀਨੇ ਦਾ ਰੱਖਿਆ ਕਵਚ, ਜਿਹਨੂੰ ਬ੍ਰਹਮ ਕਵਚ ਕਹਿੰਦੇ ਨੇ। ਬ੍ਰਹਮ ਕਵਚ ਕੋਈ ਜਾਦੂ ਟੂਣਾ ਨਹੀਂ ਹੈ, ਕੋਈ ਮੰਤਰ ਨਹੀਂ ਹੈ। ਬ੍ਰਹਮ ਕਵਚ ਵਾਹਿਗੁਰੂ ਹੀ ਹੈ। ਵਾਵੇ ਕੰਨਾ ਹਾਹੀ ਸਿਆਰੀ ਗੱਗੀ ਅੰਗੁੜ ਰਾਰੇ ਦਲੈਂਕੜ, ਇਹ ਵਾਹਿਗੁਰੂ ਨਾਮ ਹੀ ਬ੍ਰਹਮ ਕਵਚ ਹੈ, ਮੂਲ ਮੰਤਰ ਹੀ ਬ੍ਰਹਮ ਕਵਚ ਹੈ। ਜਿਸ ਕਰਕੇ ਬੱਚੇ ਦੀ ਰੱਖਿਆ ਹੋਈ ਜਨਮ ਤੋਂ ਪਹਿਲਾਂ ਉਸ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ। ਤੇ ਜੇ ਹੁਣ ਅਸੀਂ ਮਾਇਆ ਰੂਪੀ ਅੱਗ ਤੋਂ ਬਚਣ ਵਾਸਤੇ ਉਹਦਾ ਆਸਰਾ ਲਵਾਂਗੇ, ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ। ਇਹ ਵੀ ਕਰਤੇ ਦਾ ਹੀ ਖੇਲ ਹੈ, ਮਾਇਆ ਵੀ ਉਹਨੇ ਪੈਦਾ ਕੀਤੀ ਹੈ। ਤੇ ਜੇ ਆਪਾਂ ਉਸ ਦੇ ਸਿਮਰਨ ਦਾ ਆਸਰਾ ਲਵਾਂਗੇ ਤੇ ਮਹਾਰਾਜ ਇਸ ਮਾਇਆ ਦੀ ਅੱਗ ਤੋਂ ਵੀ ਬਚਾ ਕੇ ਸਾਡੀ ਰਕਸ਼ਾ ਕਰੇਗਾ। ਸਾਸ ਸਾਸ ਸਚ ਨਾਮ ਸੰਭਾਲੇ। ਇਹ ਭਾਈ ਜਨਮ ਤੋਂ ਪਹਿਲਾਂ ਜੀਵ ਮਾਤਾ ਦੀ ਉਦਰ ਵਿੱਚ, ਉਹਦੇ ਪੜਦੇ ਵਿੱਚ ਸਾਸ ਸਾਸ ਹਰੇਕ ਸਵਾਸ ਨਾਲ ਸੱਚੇ ਨਾਮ ਨੂੰ ਯਾਦ ਕਰਦਾ ਹੁੰਦਾ ਸੀਗਾ। ਅੰਤਰ ਉਦਰ ਮਝਾਰਾ ਹੈ। ਮਾਤਾ ਦੇ ਪੇਟ ਦੇ ਅੰਦਰ ਜਦੋਂ ਇਹ ਸੀਗਾ ਜਨਮ ਤੋਂ ਪਹਿਲਾਂ ਪਰਾ ਬਾਣੀ ਦੁਆਰਾ, ਮੈਂ ਬੈਖਰੀ ਬਾਣੀ ਬੋਲ ਰਿਹਾ ਤਾਂ ਆਪ ਸੁਣ ਰਹੇ ਹੋ। ਇੱਕ ਮੱਧਮਾ ਹੁੰਦੀ ਹੈ ਜਿਹਦੇ 'ਚ ਪਾਠੀ ਸਿੰਘ ਪਾਠ ਕਰਦੇ ਨੇ, ਬਹੁਤਾ ਉੱਚੀ ਨਹੀਂ ਬੋਲਿਆ ਜਾਂਦਾ। ਘੰਟਾ ਕਿ ਸਵਾ ਘੰਟਾ ਤਾਂ ਆਪਾਂ ਬੋਲ ਸਕਦੇ ਹਾਂ, 2 ਘੰਟੇ ਔਖਾ ਹੋ ਜਾਂਦਾ। ਤੋ ਇਸ ਲਈ ਉਹ ਥੋੜ੍ਹਾ ਜਿਹਾ ਮੱਧਮਾ 'ਚ ਜਾਪ ਜਪਦੇ ਨੇ ਗਲੇ ਦੇ ਵਿੱਚ, ਜਿਸ ਕਰਕੇ ਮਾੜਾ ਮੋਟਾ ਲਾਗੇ ਬੈਠੇ ਨੂੰ ਸੁਣੇ ਜਾਂ ਆਪਣੇ ਆਪ ਨੂੰ ਹੀ ਸੁਣੇ। ਅਤੇ ਇੱਕ ਹੁੰਦੀ ਪਸੰਤੀ ਜਿਹੜੀ ਹਿਰਦੇ ਵਿੱਚ ਚੱਲਦੀ ਹੈ, ਜਿੱਥੇ ਜਿਹੜੇ ਡਾਕਟਰ ਨੇ ਉਹ ਸਟੈਲੋਸਕੋਪ ਲਾ ਕੇ ਕੰਨਾਂ ਨੂੰ ਟੋਟੀਆਂ ਜਿਹੀਆਂ ਲਾ ਕੇ ਉਹਦੇ ਉਹ ਧੜਕਣ ਨੂੰ ਸੁਣਦੇ ਨੇ। ਨਬਜ ਦੇ ਵਿੱਚੋਂ ਵੀ ਆਪਾਂ 1 ਮਿੰਟ ਦੇ ਵਿੱਚ 80 ਜਾਂ 85 ਵਾਰ ਚੱਲੇ, ਕਹਿੰਦੇ ਨਾਰਮਲ ਹੈ। ਇਉਂ ਧੜਕਣ ਤੋਂ ਹੀ ਜੀਵ ਦਾ ਜੋ ਸਿਸਟਮ ਹੈ, ਟੈਂਪਰੇਚਰ ਵਗੈਰਾ ਜੋ ਵੀ ਹੈ, ਉਹ ਸਿਆਣੇ ਵੈਦ ਹਕੀਮ ਡਾਕਟਰ ਵੇਖਦੇ ਨੇ। ਉਹਦੇ ਵਿੱਚੋਂ ਵਾਹਿਗੁਰੂ ਦੀ ਧੁਨੀ ਸਰਵਣ ਦਿੰਦੀ ਹੈ ਗੁਰਮੁਖ ਪਿਆਰਿਆਂ ਨੂੰ। ਉਹ ਪਸੰਤੀ ਬਾਣੀ ਹੈ। ਅਤੇ ਧੁਨੀ ਦੇ ਵਿੱਚ ਨਾਭੀ ਦੇ ਵਿੱਚ ਜਿੱਥੇ ਮਾਤਵਾ ਦੇ ਨਾੜੂ ਦਾ ਕਨੈਕਸ਼ਨ ਹੁੰਦਾ, ਉਹਦੇ 'ਚ ਪਰਾ ਬਾਣੀ ਚੱਲਦੀ ਹੈ। ਸੋ ਬੱਚਾ ਧੁਨੀ ਵਾਲੀ ਪਰਾ ਬਾਣੀ ਦੁਆਰਾ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਜਾਪ ਜਪਦਾ ਸੁਣਦਾ ਹੈ। ਚਾਰ ਪਦਾਰਥ ਲੈ ਜਗ ਆਇਆ। ਇਹ ਜੀਵ ਧਰਮ ਅਰਥ ਕਾਮ ਮੋਖ ਲੈ ਕੇ ਚਾਰੇ ਪਦਾਰਥ ਵਾਹਿਗੁਰੂ ਦੇ ਵੱਲੋਂ ਗੋਡ ਗਿਫਟ ਮਿਲੇ ਜਾਂ ਇਹਨਾਂ ਦੇ ਲੈਣ ਵਾਸਤੇ ਸੰਸਾਰ ਵਿੱਚ ਆਇਆ ਹੈ। ਪੁੰਨਾਂ ਦੇ ਮੁਤਾਬਕ ਮਹਾਰਾਜ ਬਖਸ਼ਿਸ਼ ਕਰਦੇ ਹਨ। ਜਿੰਨੇ ਕਿਸੇ ਦੇ ਪੁੰਨ ਹੁੰਦੇ ਨੇ ਉਨੇ ਉਹਨਾਂ ਨੂੰ ਪਦਾਰਥ ਦਿੰਦੇ ਹਨ। ਇਸ ਲਈ ਜੇ ਪੁੰਨ ਪੁਰਾਣੇ ਜਨਮਾਂ 'ਚ ਨਹੀਂ ਕੀਤੇ, ਕਈ ਵਾਰ ਆਪਾਂ ਅਨਭੋਲ ਹੀ ਕਹਿ ਦਿੰਦੇ ਹਾਂ ਕਿ ਸਾਡੇ ਤਾਂ ਕਰਮ ਮਾੜੇ ਨੇ ਜੀ, ਆਪਾਂ ਗੁਰਦੁਆਰੇ ਕਿਵੇਂ ਆਈਏ, ਸਾਡੇ ਤਾਂ ਕਰਮ ਮਾੜੇ ਨੇ ਜੀ, ਅਸੀਂ ਨਿਤਨੇਮ ਕਿਵੇਂ ਕਰੀਏ, ਸਾਡੇ ਤਾਂ ਕਰਮ ਮਾੜੇ ਨੇ ਜੀ, ਅਸੀਂ ਅੰਮ੍ਰਿਤ ਕਿਵੇਂ ਛਕੀਏ। ਉਹ ਭਲਿਆ ਮਾਨਸਾ, ਕਦੀ ਠੇਕੇ ਦੇ ਜਾਣ ਲੱਗਿਆ ਸੋਚਿਆ ਕਿਸੇ ਨੇ ਵੀ ਕਰਮ ਮਾੜੇ ਨੇ? ਉੱਥੇ ਤਾਂ ਬੰਦਾ ਭੱਜ ਕੇ ਜਾਂਦਾ ਹੈ। ਲੋਕਡਾਊਨ ਦੇ ਵਿੱਚ ਵੀ ਲੈਣਾ ਦੀਆਂ ਲੈਣਾ ਲੱਗੀਆਂ। ਬੁਰੇ ਕੰਮ ਲਈ ਕਦੀ ਕਰਮਾਂ ਬਾਰੇ ਸੋਚਿਆ ਵੀ ਸਾਡੇ ਮਾੜੇ ਨੇ ਚੰਗੇ ਨੇ? ਚੰਗੇ ਪਾਸੇ ਹੀ ਸਾਨੂੰ ਤਾਪ ਚੜ੍ਹਦਾ ਹੈ। ਹੈਰਾਨੀ ਦੀ ਗੱਲ ਹੈ।
ਸੋ ਜਿਸ ਤਰ੍ਹਾਂ ਕਿਸੇ ਨੇ ਮਾਰਿਆ ਹੋਵੇ ਇਤਨਾ ਸਰੀਰ ਬੁਖਾਰ ਵਰਗਾ ਹੋ ਜਾਂਦਾ, ਪਤਾ ਨਹੀਂ ਕਾਹਦਾ ਫਿਕਰ ਜਾਂ ਚਿੰਤਾ ਲੱਗ ਜਾਂਦੀ ਹੈ। ਇਹੀ ਮਾਇਆ ਹੈ। ਰੱਬ ਹੀ ਕਿਰਪਾ ਕਰੇ। ਚਲੋ ਜੇ ਆਪਾਂ 1 ਮਿੰਟ ਲਈ ਮੰਨ ਵੀ ਲਈਏ ਵੀ ਸਾਡੇ ਕਰਮ ਮਾੜੇ ਨੇ, ਤੇ ਹੁਣ ਅੱਗੇ ਵਾਸਤੇ ਤਾਂ ਚੰਗੇ ਕਰਨ ਦਾ ਸੋਚਣਾ ਚਾਹੀਦਾ ਹੈ। ਸੋ ਜਿਹੜੀ ਗੁਰਬਾਣੀ ਹੈ ਇਹ ਕਰਮਾਂ ਨੂੰ ਹੀ ਤਾਂ ਚੰਗੇ ਬਣਾਉਂਦੀ ਆ। ਮਨ ਨੂੰ ਸਾਫ਼ ਕਰਕੇ ਗੁਰਦੁਆਰੇ ਨਹੀਂ ਆਈਦਾ, ਸਾਫ਼ ਕਰਨ ਲਈ ਆਈਦਾ ਹੈ। ਕਰਮ ਚੰਗੇ ਹੋਣ ਤਾਂ ਹੀ ਗੁਰਦੁਆਰੇ ਨਹੀਂ ਆਇਆ ਜਾਂਦਾ। ਮਾੜੇ ਕਰਮਾਂ ਵਾਲਿਆਂ ਨੂੰ ਮਹਾਰਾਜ ਪਹਿਲ ਦੇ ਆਧਾਰ ਤੇ ਬਖਸ਼ਦੇ ਨੇ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਸ਼ਹੀਦਾਂ ਸਿੰਘਾਂ ਨੇ ਜਿਹਦਾ ਭਲਾ ਕਰਨਾ ਹੋਵੇ ਉਹਨੂੰ ਧੱਕਾ ਧੁੱਕਾ ਲਾ ਕੇ, ਧੱਕੇ ਦਾ ਮਤਲਬ ਕੀ ਆ? ਮੁੱਧੜੇ ਮੂੰਹ ਸੁੱਟਤਾ, ਬੰਦੇ ਨੂੰ ਪ੍ਰੋਬਲਮ 'ਚ ਪਾਤਾ, ਆਪੇ ਦੁਖੀ ਹੋਇਆ ਭੱਜਾ ਆਊਗਾ। ਬੇਪਤ ਭਰੀ ਸਭ ਹੀ ਸੰਗ ਛਾਟਦੇ, ਜਦੋਂ ਸਾਰੇ ਸਾਥ ਛੱਡ ਗਏ ਫਿਰ ਤਾਂ ਰੱਬ ਚੇਤੇ ਆਊਗਾ ਹੀ ਨਾ। ਇੱਕ ਸੁੰਨ ਮਾਰ ਕੇ ਮਹਾਰਾਜ ਲਿਆਉਂਦਾ। ਤੋ ਇਸ ਲਈ ਕਰਮ ਚੰਗੇ ਬਾਣੀ ਨੇ ਬਣਾਉਣੇ ਨੇ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾ ਗੁਰ ਤੇ ਵਿਦ ਜਾਣੀ। ਕਰਮ ਮਾੜੇ ਕਦੋਂ ਹੋ ਗਏ ਦੱਸੋ? ਵਾਹਿਗੁਰੂ ਨੇ ਸਾਨੂੰ ਜਨਮ ਨਹੀਂ ਦਿੱਤਾ, ਬੰਦੇ ਨਹੀਂ ਬਣਾਇਆ, ਸਾਨੂੰ ਘਰ ਨਹੀਂ ਦਿੱਤਾ, ਸਾਨੂੰ ਵੇਖੋ ਪਰਿਵਾਰ ਦੇ ਮੈਂਬਰ ਨਹੀਂ ਦਿੱਤੇ ਸੇਵਾ ਲਈ, ਫਿਰ ਮਾੜੇ ਕਰਮ ਕਿਧਰੋਂ ਹੋ ਗਏ? ਕਰਮ ਤਾਂ ਚੰਗੇ ਨੇ ਤਾਂ ਹੀ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਇਸ ਲਈ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਮੰਨ ਲਈਏ ਕਿ ਸਾਡੇ ਮਾੜੇ ਕਰਮਾਂ ਕਰਕੇ ਅਸੀਂ ਦੁਖੀ ਹਾਂ ਜਾਂ ਸਾਨੂੰ ਕੁਛ ਪ੍ਰਾਪਤ ਨਹੀਂ ਹੋ ਰਿਹਾ, ਤਾਂ ਫਿਰ ਸੰਗਤ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੀਏ, ਸਾਧੂਆਂ ਦੇ ਪੈਰ ਘੁੱਟੀਏ, ਉਹਨਾਂ ਅੱਗੇ ਹੱਥ ਪੱਲਾ ਜੋੜੀਏ। ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾਂ ਕੀ ਸੇਵਾ ਲਾਗੈ। ਇੱਕ ਸਤ ਸੰਗਤ ਦਾ ਨਾਮ ਹੈ, ਇੱਕ ਗੁਰੂ ਸਾਹਿਬਾਨਾਂ ਦਾ ਨਾਮ ਹੈ। ਜੇ ਕੋ ਆਪਣਾ ਦੁੱਖ ਮਿਟਾਵੈ, ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸ਼ੋਭਾ ਲੋਰੈ, ਸਾਧ ਸੰਗੇ ਹਉਮੈ ਸ਼ੋਰੈ। ਜੇ ਕੋ ਜਨਮ ਮਰਨ ਦੇ ਡਰੈ, ਸਾਧ ਜਨਾਂ ਕੀ ਸਰਨੀ ਬਰੈ। ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਨਾਨਕ ਤਾਕੈ ਬਲ ਬਲ ਜਾਸਾ। ਸਾਨੂੰ ਰੱਬ ਨੇ ਧਰਮ ਦਿੱਤਾ, ਕਿਆ ਸੋਹਣਾ ਚੋਲਾ ਗਾਤਰਾ ਪਾਇਆ ਹੋਇਆ, ਅਰਥ ਪੈਸੇ ਦਿੱਤੇ ਨੇ, ਬੋਝੀਆਂ ਵੱਖਰੀਆਂ ਭਰੀਆਂ ਨੇ, ਬੈਂਕਾਂ ਦੇ ਅਕਾਊਂਟ ਵੱਖਰੇ ਨੇ, ਇੱਕ ਦੀ ਬਜਾਏ ਕਈ ਕਈ ਬੈਂਕਾਂ 'ਚ ਨੇ। ਘਰ ਦੇ ਗੁਜ਼ਾਰੇ ਜੋਗੀ ਵੱਖਰੀ ਮਾਇਆ ਹੈ। ਕਾਮ ਸਾਰੀਆਂ ਕਾਮਨਾਵਾਂ ਵੀ ਅੱਜ ਤੱਕ ਪੂਰੀਆਂ ਕੀਤੀਆਂ। ਮੋਖ ਮੁਕਤੀ ਵੀ ਮਹਾਰਾਜ ਨੇ ਇਹ ਸਦਾ ਵਰਤ ਲਾਇਆ ਹੋਇਆ। ਜੋ ਜੋ ਸੁਨੇ ਕਥੈ ਹਰ ਕੀਰਤਨ, ਤਾਕੀ ਦੁਰਮਤ ਨਾਸ। ਸਗਲ ਮਨੋਰਥ ਪਾਵੈ, ਨਾਨਕ ਪੂਰਨ ਹੋਵੈ ਆਸ। ਇਸ ਲਈ ਇਹ ਲੈ ਕੇ ਜਾਂ ਇਹ ਲੈਣ ਵਾਸਤੇ ਸੰਸਾਰ ਵਿੱਚ ਜੀਵ ਆਇਆ ਹੈ। ਸੇਵਾ ਸਗਤੇ ਕਾਰ ਵਾਸਾ ਪਾਇਆ। ਇਸ ਜੀਵ ਨੇ ਕਲਿਆਣ ਸਰੂਪ ਪ੍ਰਭੂ ਦੀ ਰਜੀ ਮਾਇਆ ਦੇ ਘਰ ਵਿੱਚ, ਜਾਂ ਸ਼ਿਵ ਭਾਵ ਸਤੋ ਗੁਣ ਸ਼ਕਤੀ, ਭਾਵ ਤਮੋ ਗੁਣ ਦੇ ਰਜੋ ਗੁਣ, ਭਾਵ ਤਿੰਨਾਂ ਗੁਣਾਂ ਦੇ ਘਰ ਵਿੱਚ ਨਿਵਾਸ ਪਾਉਣਾ ਕੀਤਾ ਹੈ। ਮਤਲਬ ਮਾਇਆ ਦੇ ਵਿੱਚ ਇਹਦਾ ਮਨ ਜੁੜਿਆ ਹੋਇਆ, ਤਿੰਨਾਂ ਗੁਣਾਂ ਵਿੱਚ ਹੀ ਜੁੜਿਆ ਹੋਇਆ ਹੈ। ਏਕ ਵਿਸਾਰੇ ਤਾਂ ਪਿੜ ਹਾਰੇ। ਜੇਕਰ ਇਹ ਜੀਵ ਇੱਕ ਪਰਮੇਸ਼ਰ ਦੇ ਨਾਮ ਨੂੰ ਭੁਲਾ ਦੇਵੇ ਤਾਂ ਜ਼ਰੂਰ ਹੀ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰ ਜਾਵੇਗਾ। ਅਬਦੁੱਲਾ ਨਾਮ ਵਿਸਾਰਾ ਹੈ। ਇੱਕ ਵਾਰ ਆਪ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਪਰ ਇਸ ਅੰਨੀ ਅਗਿਆਨੀ ਜੀਵ ਨੇ ਪਰਮੇਸ਼ਰ ਦਾ ਨਾਮ ਭੁਲਾਇਆ ਹੋਇਆ ਹੈ। ਬਾਲਕ ਮਰੈ ਬਾਲਕ ਕੀ ਲੀਲਾ। ਜਿਸ ਵੇਲੇ ਕੋਈ ਛੋਟੀ ਉਮਰ ਦਾ ਬੱਚਾ ਮਰ ਜਾਂਦਾ ਹੈ, ਤਦ ਉਸ ਬੱਚੇ ਦੀਆਂ ਖੇਡਾਂ ਸੰਬੰਧੀ
ਲੋਕ ਉਹਨੂੰ ਯਾਦ ਕਰਦੇ ਹਨ। ਕਹਿ ਕੈ ਰੋਵਹਿ ਬਾਲ ਰੰਗੀਲਾ। ਫਿਰ ਉਸਦੇ ਮਾਤਾ ਪਿਤਾ ਆਦਿਕ ਇਹ ਕਹਿ ਕੇ ਰੋਂਦੇ ਨੇ ਕਿ ਬੱਚਾ ਬਹੁਤ ਪਿਆਰਾ ਆਨੰਦ ਦਾ ਘਰ ਸੀਗਾ। ਜਿਸ ਕਾ ਸਾਸੋ ਤਿਨ ਹੀ ਲਿਆ। ਜਿਸ ਵਾਹਿਗੁਰੂ ਦਾ ਬੱਚਾ ਭੇਜਿਆ ਹੋਇਆ ਸੀ ਉਹ ਬੱਚਾ ਉਸ ਪਰਮੇਸ਼ਰ ਨੇ ਹੀ ਵਾਪਸ ਲੈ ਲਿਆ ਹੈ। ਭੁੱਲਾ ਰੋਵਣ ਹਾਰਾ ਹੈ। ਪਰ ਰੋਣ ਵਾਲੇ ਜੀਵ ਭੁੱਲੇ ਹੋਏ ਹਨ। ਪਰ ਜੋ ਬਨ ਮਰ ਜਾਹੇ ਕਿ ਕੀਜੈ। ਜੇ ਕੋਈ ਭਰ ਜਵਾਨੀ ਦਾ ਹੋ ਕੇ ਮਰ ਜਾਵੇ ਤਾਂ ਕੋਈ ਕੀ ਕਰ ਸਕਦਾ ਹੈ। ਮੇਰਾ ਮੇਰਾ ਕਰ ਰੋਵੀਜੈ। ਉਸ ਵੇਲੇ ਵੀ ਮੇਰਾ ਪੁੱਤਰ, ਮੇਰਾ ਪਤੀ, ਮੇਰਾ ਪਿਤਾ ਆਦਿਕ ਕਹਿ ਕਰਕੇ ਰੋਂਦੇ ਨੇ ਲੋਕ। ਮਾਇਆ ਕਾਰਨ ਰੋਏ ਵੇ ਗੂਚੈ। ਕੋਈ ਬੰਦੇ ਨੂੰ ਨਹੀਂ ਰੋਂਦਾ, ਸਭ ਮਾਇਆ ਦੇ ਵਾਸਤੇ ਰੋ ਰੋ ਕੇ ਖਰਾਬ ਹੁੰਦੇ ਨੇ। ਕਿਉਂਕਿ ਇਨਸਾਨ ਦੀ ਕਮਾਈ ਹੁੰਦੀ ਹੈ, ਫਿਰ ਉਹਦੀ ਪੈਨਸ਼ਨ ਹੁੰਦੀ ਹੈ, ਉਹਦੇ ਕੰਮ ਕਾਰ ਕਰਕੇ ਘਰ ਦਾ ਗੁਜ਼ਾਰਾ ਚੱਲਦਾ ਹੈ, ਜਿਸ ਕਰਕੇ ਉਹ ਉਹਦੇ ਪੈਸੇ ਨੂੰ ਰੋਂਦੇ ਹਨ। ਤ੍ਰਿਗ ਜੀਵਨ ਸੰਸਾਰਾ ਹੈ। ਉਹਨਾਂ ਜਗਤ ਵਿੱਚ ਜਿਉਣ ਵਾਲਿਆਂ ਦਾ ਜੀਵਨ ਤ੍ਰਿਕਾਰ ਯੋਗ ਹੈ। ਕਾਲੀ ਹੂੰ ਫਨ ਧੌਲੇ ਆਏ। ਜਿਹੜੇ ਕੇਵਲ ਪੈਸੇ ਵਾਸਤੇ ਹੀ ਰੋਂਦੇ ਨੇ, ਪੈਸੇ ਵਾਸਤੇ ਹੀ ਜਿਉਂਦੇ ਨੇ, ਕਾਲੇ ਕੇਸਾਂ ਤੋਂ ਬਾਅਦ ਹੁਣ ਫਿਰ ਚਿੱਟੇ ਕੇਸ ਆ ਜਾਂਦੇ ਹਨ। ਬੰਦਾ ਫਿਰ ਵੀ ਨਹੀਂ ਮੰਨਦਾ ਕਿ ਮੈਂ ਬੁੱਢਾ ਹੋ ਗਿਆ ਹਾਂ। ਦਾੜੀਆਂ ਦੇ ਸਿਰ ਕਾਲਾ ਕੀਤਾ ਹੋਊਗਾ ਤੇ ਉਹ ਕੁਰਸੀਆਂ ਲੱਭਣਗੇ। ਜੇ ਕੋਈ ਪੁੱਛੇ ਭਾਈ ਉੱਤੇ ਕਿਉਂ ਬੈਠੇ ਹੋ, ਕਹਿਣਗੇ ਵੀ ਅਸੀਂ ਬਜ਼ੁਰਗ ਹਾਂ ਜੀ, ਕਿਉਂਕਿ ਉੱਥੇ ਲਿਖਿਆ ਵੀ ਹੁੰਦੀ ਆ ਸੀਨੀਅਰ ਸਿਟੀਜ਼ਨ ਦੀ ਸੀਟ, ਜਾਂ ਕੋਈ ਹੈਂਡੀਕੈਪ ਜਾਂ ਕੋਈ ਬਿਮਾਰ ਸ਼ੁਮਾਰ। ਜੇ ਕੋਈ ਪੁੱਛੇ ਬੰਦਾ, ਪੁੱਛਣ ਵਾਲਾ ਵੀ ਆਪਣੇ ਆਪ ਨੂੰ ਤੁਸੀਂ ਮੰਨਿਆ ਤਾਂ ਹੈ ਨਹੀਂ ਵੀ ਆਪਾਂ ਬੁੱਢੇ ਹੋ ਗਏ ਹਾਂ, ਅਤੇ ਫਿਰ ਤੁਸੀਂ ਉੱਤੇ ਬਹਿਣ ਦੇ ਅਧਿਕਾਰੀ ਕੀ ਹੋ। ਤਾਂ ਇਸ ਲਈ ਇਨਸਾਨ ਸਾਰੀ ਉਮਰ ਨਹੀਂ ਮੰਨਦਾ ਹੈ ਕਿ ਮੈਂ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਕਹੂਗਾ ਮੈਂ ਜਵਾਨ ਹਾਂ। ਤਾਂ ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਹੜੇ ਚਿੱਟੇ ਕੇਸ ਆਏ ਨੇ ਇਹ ਬਜ਼ੁਰਗ ਹੋਣ ਦੀ ਨਿਸ਼ਾਨੀ ਹੈ। ਪੁਰਾਣੇ ਰਾਜੇ ਮਹਾਰਾਜੇ ਇੱਕ ਵੀ ਕੇਸ ਚਿੱਟਾ ਆ ਜਾਂਦਾ ਤੇ ਆਪਣਾ ਰਾਜ ਭਾਗ ਛੱਡ ਕੇ ਸੰਨਿਆਸ ਲੈ ਲਿਆ ਕਰਦੇ ਸਨ। ਸਾਨੂੰ ਸਾਰੀ ਉਮਰ ਸਮਝ ਨਹੀਂ ਆਉਂਦੀ ਕਿ ਪਿਛਲਾ ਜਿਹੜਾ ਹੈ ਉਹ ਗੁਜ਼ਰ ਗਿਆ ਹੈ, ਅੱਗੇ ਮੌਤ ਨੇੜੇ ਆ ਰਹੀ ਹੈ, ਤੇ ਥੋੜ੍ਹਾ ਬਹੁਤ ਆਪਦਾ ਨਿਤਨੇਮ, ਕੋਈ ਆਪਦੇ ਭਲੇ ਦਾ ਕਾਰਜ ਸ਼ੁਰੂ ਕੀਤਾ ਜਾਏ। ਇਉਂ ਮਹਾਰਾਜ ਕਹਿੰਦੇ ਨੇ ਬੰਦਾ ਬਜ਼ੁਰਗ ਹੋ ਗਿਆ। ਵਿਣ ਨਾਵੈ ਗਥ ਗਿਆ ਗਵਾਏ। ਫਿਰ ਵੀ ਜੀ ਵੇਖੋ, ਪਰਮੇਸ਼ਰ ਦੇ ਨਾਮ ਤੋਂ ਬਗੈਰ ਆਪਣੇ ਸਵਾਸਾਂ ਰੂਪੀ ਪੂੰਜੀ, ਪੁੰਨਾਂ ਰੂਪੀ ਪੂੰਜੀ ਨੂੰ ਗਵਾ ਕੇ ਚਲਿਆ ਗਿਆ ਹੈ। ਜਾਂ ਗਿਆਨ ਰੂਪੀ ਥਾਂ ਦੀ ਪ੍ਰਾਪਤੀ ਕਰਾਉਣ ਵਾਲੀ ਆਤਮਿਕ ਆਨੰਦ ਸਤ ਸੰਗਤ ਰੂਪੀ ਵਸਤੂ ਨੂੰ ਗਵਾ ਕੇ ਵਿਅਰਥੀ ਦੁਨੀਆ ਤੋਂ ਚਲਿਆ ਗਿਆ ਹੈ। ਜਿਹੜਾ ਸਾਈਨ ਬੋਰਡ ਹੁੰਦਾ ਹੈ, ਜੇ ਸਾਹਮਣੇ ਵੇਖੀਏ ਤਾਂ ਮੰਜ਼ਿਲ ਦੱਸਦਾ ਵੀ ਅੱਗੇ ਜਿੱਥੇ ਤੁਸੀਂ ਪਹੁੰਚਣਾ ਉਹ ਕਿੰਨੇ ਕਿਲੋਮੀਟਰ ਰਹਿ ਗਏ। ਜੇ ਘੁੰਮ ਕੇ ਪੁੱਠੇ ਪਾਸਿਓਂ ਵੇਖੀਏ ਤਾਂ ਦੱਸਦਾ ਕਿ ਕਿੰਨਾ ਤੁਸੀਂ ਰਸਤਾ ਤੈਅ ਕਰ ਰਹੇ ਹੋ। ਇਉਂ ਜਿਹੜੇ ਕਾਲੇ ਕੇਸ ਨੇ ਇਹਨਾਂ ਤੋਂ ਜਿਵੇਂ ਜਿਵੇਂ ਚਿੱਟੇ ਹੁੰਦੇ ਨੇ ਉਹ ਸਾਈਨ ਬੋਰਡ ਦੀ ਤਰ੍ਹਾਂ ਦੱਸਦੇ ਨੇ ਕਿ ਤੁਸੀਂ ਅੱਗੇ ਮੌਤ ਵਾਲੇ ਸਟੇਸ਼ਨ ਵੱਲ, ਤੁਹਾਡੀ ਮੰਜ਼ਿਲ ਜਿਹੜੀ ਹੈ ਰੱਬ ਦੇ ਘਰ ਪਹੁੰਚਣ ਵਾਲੀ ਕਿੰਨੀ ਕੁ ਦੂਰ ਰਹਿ ਗਈ ਹੈ, ਉਹ ਨੇੜੇ ਆ ਗਈ ਹੈ। ਪਰ ਇਨਸਾਨ ਮੌਤ ਦਾ ਨਾਮ ਸੁਣ ਕੇ ਘਬਰਾ ਜਾਂਦਾ, ਕਹਿੰਦੇ ਮੇਰੇ ਕੋਲ ਇਹਦਾ ਨਾਮ ਨਾ ਲਓ, ਇਹ ਲੈਣਾ ਪਸੰਦ ਨਹੀਂ ਕਰਦਾ, ਮੰਨਦਾ ਹੀ ਨਹੀਂ ਹੈ। ਦੁਰਮਤ ਅੰਦੁਲਾ ਬਿਨਸ ਬਿਨਾਸਾ। ਇੰਝ ਖੋਟੀ ਮੱਤ ਵਿੱਚ ਲੱਗ ਕੇ ਅਗਿਆਨੀ ਜੀਵ ਆਪ ਨਾਸ਼ ਹੁੰਦਾ ਤੇ ਹੋਰਨਾਂ ਨੂੰ ਵੀ ਨਾਸ਼ ਕਰ ਦਿੰਦਾ ਹੈ। ਨਾਸ਼ ਹੋ ਜਾਣ ਵਾਲੇ ਪਦਾਰਥਾਂ 'ਚ ਲੱਗ ਕੇ ਜੀਵ ਨਾਸ਼ ਹੋ ਰਿਹਾ ਹੈ। ਉੱਠੇ ਰੋਏ ਪੁਕਾਰਾ ਹੈ। ਮਾਇਆ ਵਿਕਾਰਾਂ ਦਾ ਲੁੱਟਿਆ ਹੋਇਆ ਰੋ ਕੇ ਫਰਿਆਦਾਂ ਕਰਦਾ ਹੈ। ਆਪ ਵਿਚਾਰ ਨਾ ਰੋਵੈ ਕੋਈ। ਮਰਿਆਂ ਨੂੰ ਲੋਕ ਰੋਂਦੇ ਨੇ, ਆਪਣੇ ਆਪ ਨੂੰ ਕੋਈ ਵੀ ਨਹੀਂ ਰੋਂਦਾ।
ਆਪਣੇ ਆਪ ਨੂੰ ਵਿਚਾਰਨਾ ਚਾਹੀਦਾ, ਆਪਦੇ ਕਰਮਾਂ ਨੂੰ ਕੋਸਣਾ ਚਾਹੀਦਾ। ਰੋਣਾ ਤਾਂ ਆਪਣੇ ਆਪ ਨੂੰ ਚਾਹੀਦਾ ਕਿ ਇੰਨੀ ਉਮਰ ਗੁਜ਼ਰ ਗਈ, ਅਸੀਂ ਕੋਈ ਚੰਗਾ ਕੰਮ ਨਹੀਂ ਕੀਤਾ ਤੇ ਕੋਈ ਬੰਦਗੀ ਨਹੀਂ ਕੀਤੀ, ਦਾਨ ਪੁੰਨ ਨਹੀਂ ਸੰਤਨ ਸੇਵਾ, ਕਿਤੇ ਹੀ ਕਾਜ ਨਾ ਆਇਆ। ਸਾਡਾ ਪੈਸਾ ਦਾਨ ਪੁੰਨ ਸੰਤਾਂ ਦੀ ਸੇਵਾ ਕਿਸੇ ਭਲੇ ਦੇ ਕੰਮ ਵਿੱਚ ਨਹੀਂ ਆਇਆ। ਉਹ ਆਪਣੇ ਆਪ ਨੂੰ ਵਿਚਾਰਦਾ ਨਹੀਂ ਹੈ, ਆਪਣੇ ਕਰਮਾਂ ਨੂੰ ਰੋਂਦਾ ਨਹੀਂ ਹੈ। ਜੇਕਰ ਕੋਈ ਆਪਣੇ ਆਪ ਨੂੰ ਵਿਚਾਰਦਾ, ਉਹ ਰੋਂਦਾ ਨਹੀਂ ਹੈ। ਇਹ ਵੀ ਅਰਥ ਹੈ। ਮਤਲਬ ਜੇ ਸਮਝ ਲਏ ਕਿ ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਤਾਂ ਫਿਰ ਉਹਦਾ ਰੋਣਾ ਧੋਣਾ ਮੁੱਕ ਜਾਂਦਾ ਹੈ। ਜਾਂ ਆਪਣੇ ਸਰੂਪ ਦੇ ਵਿਚਾਰਨ ਲਈ ਕੋਈ ਵੀ ਨਹੀਂ ਰੋਂਦਾ, ਸਭ ਮਾਇਆ 'ਚ ਫਸੇ ਹੋਏ ਨੇ। ਜਾਂ ਆਪਣਾ ਵਿਚਾਰਨ ਵਾਸਤੇ ਕੋਈ ਰੋਵੇ ਯਤਨ ਨਹੀਂ ਕਰਦਾ। ਸਤਿਗੁਰ ਮਿਲੈ ਤਾਂ ਸੋਝੀ ਹੋਈ। ਜੇਕਰ ਕੋਈ ਸਤਿਗੁਰੂ ਸਾਹਿਬ ਜੀ ਨਾਲ ਮਿਲੇ ਤਾਂ ਹੀ ਆਪਣੇ ਸਰੂਪ ਦੀ ਗਿਆਤ ਹੁੰਦੀ ਹੈ। ਬਿਨ ਗੁਰ ਬਜਰ ਕਪਾਟ ਨ ਖੂਲਾ ਹੈ। ਸਤਿਗੁਰੂ ਸਾਹਿਬ ਜੀ ਦੀ ਸ਼ਰਨ ਤੋਂ ਬਿਨਾਂ ਪੱਥਰ ਦੀ ਤਰ੍ਹਾਂ ਕਠੋਰ ਪੰਜਾਂ ਕੋਸ਼ਾਂ ਆਸਾ ਅੰਦੇਸਾ ਰੂਪੀ ਤਖਤੇ ਨਹੀਂ ਖੁੱਲ ਸਕਦੇ। ਸ਼ਬਦ ਮਿਲੈ ਨਿਸਤਾਰਾ ਹੈ। ਜੇਕਰ ਇਸ ਜੀਵ ਨੂੰ ਗੁਰਾਂ ਦਾ ਉਪਦੇਸ਼ ਮਿਲ ਜਾਵੇ, ਤਦੋਂ ਹੀ ਇਸ ਦਾ ਸੰਸਾਰ ਸਮੁੰਦਰ ਤੋਂ ਤਰਨਾ ਹੋਵੇਗਾ। ਬਿਰਧ ਭਇਆ ਤਨ ਸੀਜਾ ਦੇਹੀ। ਜਦੋਂ ਸਰੀਰ ਬੁੱਢਾ ਹੋ ਜਾਂਦਾ ਹੈ, ਸਰੀਰ ਉੱਪਰ ਝੁਰੜੀਆਂ ਪੈ ਜਾਂਦੀਆਂ ਨੇ, ਉਦੋਂ ਇਹ ਜਿਹੜਾ ਸਰੀਰ ਹੈ ਕਮਜ਼ੋਰ ਹੋ ਜਾਂਦਾ ਹੈ। ਰਾਮ ਨ ਜਪਾਈ ਅੰਤ ਸਨੇਹੀ। ਪਰ ਫਿਰ ਵੀ ਜੀਵ ਪਰਮੇਸ਼ਰ ਦਾ ਨਾਮ ਨਹੀਂ ਜਪਦਾ, ਜੋ ਅਖੀਰ ਵੇਲੇ ਪਿਆਰ ਕਰਨ ਵਾਲਾ ਹੈ, ਭਾਵ ਅੰਤ ਸਮੇਂ ਮੇ ਸਹਾਇਤਾ ਕਰਦਾ ਹੈ। ਗੱਲ ਤਾਂ ਨਾਮ ਦੀ ਚੱਲਣੀ ਚਾਹੀਦੀ ਮਨ ਵਿੱਚ, ਪਰ ਸਾਡੇ ਮਨ ਵਿੱਚ ਕੀ ਚੱਲਦਾ ਹੈ? ਜੋ ਪਿਛਲਾ ਬੀਤ ਚੁੱਕਾ ਸਮਾਂ ਹੈ ਉਹਦੇ ਬਾਰੇ ਆਪਾਂ ਸੋਚੀ ਜਾਂਦੇ ਹਾਂ, ਆਉਣ ਵਾਲੇ ਸਮੇਂ ਬਾਰੇ ਚਿੰਤਾ ਕਰੀ ਜਾਂਦੇ ਹਾਂ। ਜੇ ਕੋਈ ਪਾਸ ਵੀ ਬੈਠੇ ਤਾਂ ਪੁਰਾਣੀਆਂ ਗੱਲਾਂ ਛੋਹ ਕੇ ਬੈਠ ਜਾਂਦੇ ਨੇ। ਕਹਿਣ ਦਾ ਮਤਲਬ ਵੀ ਵਾਹਿਗੁਰੂ ਨਾਮ ਦੀ ਗੱਲ ਹੀ ਅੰਦਰ ਚੱਲਣੀ ਚਾਹੀਦੀ, ਤੇ ਵਿਚਾਰ ਗੋਸ਼ਟੀ ਵੀ ਬ੍ਰਹਮ ਦੀ ਹੋਣੀ ਚਾਹੀਦੀ ਹੈ, ਪਰ ਨਹੀਂ। ਸੋ ਪਿਛਲੀ ਉਮਰ ਦੇ ਵਿੱਚ ਵੀ ਆਪਦੇ ਪੁਰਾਣੇ ਕਾਰਨਾਮਿਆਂ ਨੂੰ ਯਾਦ ਕਰਦਾ, ਵਾਹਿਗੁਰੂ ਦਾ ਨਾਮ ਨਹੀਂ ਜਪਦਾ ਹੈ। ਆਮ ਵਿਸਾਰ ਚੱਲੈ ਮੋਹ ਕਾਲੈ। ਪਰਮੇਸ਼ਰ ਦਾ ਨਾਮ ਭੁਲਾ ਕੇ ਜੀਵ ਔਗਣਾ ਰੂਪੀ ਕਲੰਕਾਂ ਨਾਲ ਕਾਲਾ ਮੂੰਹ ਕਰਵਾ ਕੇ, ਪਾਪ ਬਦਨਾਮੀ ਖੱਟ ਕੇ ਪਰਲੋਕ ਨੂੰ ਚੱਲਦਾ, ਜਾਂ ਕਾਲੇ ਮੂੰਹ ਵਾਲੇ ਯਮਦੂਤਾਂ ਦੇ ਨਾਲ ਚੱਲਦਾ ਹੈ। ਉਹਨਾਂ ਯਮਦੂਤਾਂ ਦੇ ਰੰਗ ਕਾਲੇ ਕਲਿੱਟ ਨੇ ਤੇ ਬੜੇ ਤਗੜੇ ਹਨ। ਬੰਦਾ ਉਹਨਾਂ ਦਾ ਫੜਿਆ ਛੁੱਟ ਨਹੀਂ ਸਕਦਾ, ਹਿੱਲ ਨਹੀਂ ਸਕਦਾ। ਦਰਗਾਹ ਝੂਠ ਖੁਆਰਾ ਹੈ। ਉਹ ਝੂਠਾ ਜੀਵ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਵੀ ਖਰਾਬ ਹੀ ਹੁੰਦਾ ਹੈ। ਨਾਮ ਵਿਸਾਰ ਚੱਲੈ ਕੂੜਿਆਰੋ। ਝੂਠ ਦੀ ਪ੍ਰਾਪਤੀ ਵਾਲਾ ਪੁਰਸ਼, ਝੂਠਾ ਬੰਦਾ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਇਸ ਦੁਨੀਆ ਤੋਂ ਪਰਲੋਕ ਵੱਲ, ਜੂਨਾਂ ਵੱਲ ਤੁਰ ਪੈਂਦਾ ਹੈ। ਆਵਤ ਜਾਤ ਬੜ ਸਿਰ ਸ਼ਾਰੋ। ਉਸ ਨੂੰ ਸੰਸਾਰ ਵਿੱਚ ਆਉਂਦਿਆਂ ਤੇ ਮਰ ਕੇ ਜਾਂਦੇ ਨੂੰ ਸਿਰ ਵਿੱਚ ਸ਼ਾਰ ਦਾ ਮਤਲਬ ਹੈ ਗਰਦ। ਇੱਕ ਹੁੰਦੀ ਮਿੱਟੀ, ਵਾਣ ਦੀ ਮਿੱਟੀ ਢੀਮਾਂ ਵਾਲੀ, ਉਪਜਾਊ ਮਿੱਟੀ ਕਹਿੰਦੇ ਨੇ। ਇੱਕ ਹੁੰਦੀ ਹੈ ਨਿਕੰਮੀ ਗਰਦ, ਘੱਟਾ, ਜਿਹਦਾ ਕੰਮ ਹੀ ਹੁੰਦਾ ਦਾੜੇ ਦੇ ਉੱਪਰ ਲਾ ਕੇ ਦਾੜਾ ਖਰਾਬ ਕਰ ਦੇਣਾ। ਇਸੇ ਤਰ੍ਹਾਂ ਬਸਤਰਾਂ ਦੇ ਉੱਪਰ ਲੱਗ ਜਾਣੀ, ਉੱਡ ਉੱਡ ਕੇ ਸਿਰ 'ਚ ਪੈਂਦੀ ਹੈ। ਤੋ ਇਸ ਤਰ੍ਹਾਂ ਇੱਕ ਹੁੰਦੀ ਸਵਾਹ। ਇਉਂ ਸ਼ਾਰ ਦਾ ਮਤਲਬ ਗਰਦ, ਮਿੱਟੀ, ਘੱਟਾ, ਸਵਾਹ। ਇਉਂ ਸੰਸਾਰ ਵਿੱਚ ਆਉਂਦੇ ਆ ਤੇ ਮਰ ਕੇ ਜਾਂਦੇ ਨੂੰ ਸਿਰ ਵਿੱਚ ਲਾਹਣਤਾਂ ਦੀ ਸਵਾਹ ਹੀ ਪੈਂਦੀ ਹੈ ਜੀਵ ਦੇ। ਸਾਹੁਰੜੈ ਘਰ ਵਾਸ ਨ ਪਾਏ। ਉਹ ਮਨਮੁਖ ਜੀਵ ਰੂਪ ਇਸਤਰੀ ਪਰਲੋਕ ਰੂਪ ਸਹੁਰੇ ਘਰ ਵਿੱਚ ਵਸਣਾ ਨਹੀਂ ਪਾਉਂਦੇ। ਅੜੈ ਸਿਰ ਮਾਰਾਹੇ। ਜਿਸ ਕਰਕੇ ਇਸ ਮਾਤ ਲੋਕ ਰੂਪ ਪੀਕੇ ਘਰ 'ਚ
ਉਹਦੇ ਸਿਰ ਉੱਪਰ ਲਾਹਣਤਾਂ ਰੋ ਜਾਂ ਤਰਕਾਂ ਰੋ ਮਾਰਾਂ ਪੈਂਦੀਆਂ ਨੇ। ਜਾਂ ਇਸੇ ਪ੍ਰਕਾਰ ਸਾਹੁਰੜੈ ਘਰ ਵਾਸ ਨ ਪਾਏ। ਆਤਮਾ ਘਰ ਬਿਰਤੀ ਰੂਪ ਸਹੁਰੇ ਪਰਿਵਾਰ ਤੇ ਤੁਰਿਆ ਪਦ ਰੂਪ ਘਰ ਦੇ ਵਿੱਚ ਜਿਹੜੀ ਬਿਰਤੀ ਹੈ ਉਹ ਅੰਤਰਮੁਖ ਹੋਣ ਰੂਪ ਆਸਾ ਨਹੀਂ ਪਾਉਂਦੀ ਹੈ। ਪਈੜੈ ਸਿਰ ਮਾਰਾਹੇ। ਅਤੇ ਸੰਸਾਰਾ ਘਰ ਬਿਰਤੀ ਪੂਰੀ ਸੰਸਾਰਾ ਘਰ ਬਿਰਤੀ ਰੂਪ ਪੀਕੇ ਘਰ ਵਿੱਚ ਰਹਿਣ ਕਰਕੇ ਕਾਮ ਕ੍ਰੋਧ ਆਦਿਕ ਦੀਆਂ ਇਹਨੂੰ ਮਾਰਾਂ ਪੈਂਦੀਆਂ ਹਨ। ਖਾਜੈ ਪੈਜੈ ਰਲੀ ਕਰੀਜੈ। ਜੀਵ ਪਦਾਰਥਾਂ ਨੂੰ ਖਾਂਦੇ ਨੇ, ਵਸਤਰਾਂ ਨੂੰ ਪਹਿਨਦੇ ਨੇ, ਖੁਸ਼ੀਆਂ ਮਨਾਉਂਦੇ ਹਨ। ਬਿਨ ਅਬ ਭਗਤੀ ਬਾਦ ਮਰੀਜੈ। ਹਿਰਦੇ ਵਿੱਚ ਭਗਤੀ ਧਾਰਨ ਤੋਂ ਬਿਨਾਂ ਨਿਸਫਲ ਹੀ ਮਰ ਜਾਂਦੇ ਹਨ। ਪੁਰਾਣੀਆਂ ਮਾਈਆਂ ਜਦ ਵੀ ਕੋਈ ਨਵਾਂ ਕੱਪੜਾ ਸਿਉਂਗੇ ਦੇਣਾ, ਕਹਿਣਾ ਨਲਕੇ ਨੂੰ ਲਾਓ, ਹੈਂਡ ਪੰਪ ਨੂੰ ਪਾਣੀ ਮਤਲਬ ਸੁੱਚਾ ਲਾ ਕੇ ਤੇ ਸੁੱਚਾ ਕਰੋ। ਪੱਗ ਵੀ ਬੰਨੀ ਦੀ ਸੀ ਪਾਣੀ ਉੱਤੇ ਸੁੱਚਾ ਪਾ ਕੇ। ਕਹਿੰਦੇ ਹੱਥ ਜੋੜ ਕੇ ਰੱਬ ਦਾ ਸ਼ੁਕਰ ਕਰੋ ਵੀ ਉਹਨੇ ਸਾਨੂੰ ਕੱਪੜਾ ਦਿੱਤਾ। ਰੋਟੀ ਦੇਣੀ, ਕਹਿਣਾ ਪਰੌਂਠਾ ਪੱਕਿਆ ਪਿਆ ਹੈ। ਗੁਟਕਾ ਫੜੋ, ਜਪਜੀ ਸਾਹਿਬ ਦਾ ਪਾਠ ਕਰੋ, ਫਿਰ ਖਾਣਾ ਹੈ। ਤੇ ਉਹਦੇ ਤੋਂ ਬਾਅਦ ਫਿਰ ਬਾਬੇ ਅਰਦਾਸ ਸਿਖਾ ਦਿੱਤੀ ਵੀ ਜਦ ਵੀ ਬੁਰਕੀ ਮੂੰਹ 'ਚ ਪਾਉਣੀ ਹੈ ਸ਼ਲੋਕ ਪੜ੍ਹ ਕੇ ਪਾਉਣੀ ਹੈ। ਸ਼ਲੋਕ ਕਾਮ ਕਰੋ ਦੀ ਅਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੁਣ ਇਹ ਗੱਲਾਂ ਬੋਲੀ ਗਈਆਂ। ਨਵੇਂ ਵਸਤਰ ਮਿਲਦੇ ਨੇ, ਮਹਾਰਾਜ ਦਾ ਚਿੰਤਨ ਨਹੀਂ ਹੈ। ਤਰ੍ਹਾਂ ਤਰ੍ਹਾਂ ਦੇ ਭੋਜਨ ਸਾਨੂੰ ਪ੍ਰਾਪਤ ਹੋ ਰਹੇ ਨੇ ਤੇ ਮਹਾਰਾਜ ਦਾ ਨਾਮ ਨਹੀਂ ਹੈ। ਇਉਂ ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਸਰੀਰ ਸਹਿਤ ਕੁਟੰਬ ਸਿਉ ਜਿਤ ਹੁਣ ਖਸਮ ਨਾ ਬਾਇਆ। ਇਹ ਖਾਂਦਾ ਪੀਂਦਾ, ਖੁਸ਼ੀਆਂ ਮਨਾਉਂਦਾ, ਹਿਰਦੇ 'ਚ ਭਗਤੀ ਨਹੀਂ ਧਾਰਦਾ, ਇਹ ਤੋਂ ਬਗੈਰ ਨਿਸਫਲ ਹੀ ਮਰ ਜਾਂਦਾ ਹੈ। ਮਹਾਰਾਜ ਪਹਿਲੇ ਪਾਤਸ਼ਾਹ ਜੀ ਦਾ ਮਾਝ ਦੀ ਵਾਰ ਵਿੱਚ ਬਚਨ ਹੈ। ਜਿਹੜੀਆਂ ਪੰਕਤੀਆਂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਅਵਤਾਰ ਪੁਰਬ ਲੰਘ ਕੇ ਗਿਆ, ਉਹ ਕਹਿੰਦੇ ਔਰੰਗਜ਼ੇਬ ਦੇ ਮੱਥੇ ਨਹੀਂ ਲੱਗਣਾ। ਉਹਨੇ ਆਪਦਾ ਫਿਰ ਸ਼ਹਿਜ਼ਾਦਾ ਭੇਜਿਆ ਅਤੇ ਸ਼ਹਿਜ਼ਾਦੇ ਨੇ ਆਖਿਆ ਵੀ ਮੇਰੇ ਪਿਓ ਦਾ ਵੀ ਮੈਸੇਜ ਦਿਓ, ਉਹਦਾ ਵੀ ਭਲਾ ਹੋਵੇ। ਅਤੇ ਮਹਾਰਾਜ ਨੇ ਪੰਕਤੀਆਂ ਲਿਖ ਕੇ ਦਿੱਤੀਆਂ ਕਿ ਮਹੱਲਾ ਪਹਿਲਾ ਕਿਆ ਖਾਧੈ ਕਿਆ ਪੈਦਾ ਹੋਏ ਜਾਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜੈ ਭੋਗ ਬਿਲਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਆ ਤਿੰਨਾਂ ਹੀ ਪੰਕਤੀਆਂ 'ਚ ਤੱਦ ਕੱਢ ਕੇ ਰੱਖ ਦਿੱਤਾ। ਉਹਦੀ ਜਿਹੜੀ ਅਵਸਥਾ ਗਿਰੀ ਹੋਈ ਸੀ ਸਭ ਸ਼ੀਸ਼ੇ ਦੀ ਤਰ੍ਹਾਂ ਸਾਹਮਣੇ। ਮਰਨ ਨੂੰ ਕੀ ਲੋੜ ਪਈ ਝੂਠ ਬੋਲਣ ਦੀ, ਕਿਸੇ ਦੀ ਝੋਲੀ ਚੁੱਕਣ ਖੁਸ਼ਾਮਦ ਕਰਨ ਦੀ। ਪੈਸਾ ਤਾਂ ਪਰਮਾਤਮਾ ਦਾ, ਰੱਬ ਦਾ ਦਿੱਤਾ ਬਥੇਰਾ ਗੁਰੂ ਘਰ 'ਚ। ਉਹ ਰਾਮ ਰਾਏ ਨੂੰ ਲਾਲਚ ਸੀਗਾ ਜੀ, ਮੈਂ ਸੱਚ ਬੋਲਿਆ ਤੇ 15,000 ਰੁਪਈਆ ਤਨਖਾਹ ਨਹੀਂ ਮਿਲਣੀ, ਇੱਕ ਦਿਨ ਦਾ ਖਰਚਾ। ਮਹਾਰਾਜ ਨੇ ਬਿਲਕੁਲ ਸਾਫ਼ ਲਿਖਤਾ ਵੀ ਤੂੰ ਇਹਨਾਂ ਕੰਮਾਂ 'ਚ ਖਰਚਤ ਹੈ, ਖਾਣ ਪੀਣ ਪਹਿਨਣ ਭੋਗਣ 'ਚ। ਉਹ ਤੂੰ ਕਹਿੰਦਾ ਮੈਂ ਖੁਦਾ ਦਾ ਭਗਤ ਹਾਂ ਜੀ, ਇੱਕ ਮੈਂ ਜੌਂ ਖਾਂਦਾ। ਨੀਤ ਤਾਂ ਬੁਰੀ ਹੈ। ਰਾਣੀਆਂ ਦੇ ਸੁੱਖ 'ਚ ਫਸਿਆ ਆਪਦੇ ਪਿਓ ਸਗੇ ਭਰਾ ਨੂੰ ਮਾਰ ਕੇ। ਜਿਸ ਬੰਦੇ ਦੇ ਨਾਲ ਮਿਲਵਰਤਨ ਕਰਨਾ ਹੋਵੇ ਉਹਦੀ ਬੈਕਗਰਾਉਂਡ ਵੇਖੀ ਦੀ ਹੈ। ਬੰਦਾ ਪੁੱਛੇ ਜਿਹੜਾ ਸਕੇ ਪਿਓ ਦਾ ਨਹੀਂ ਬਣਿਆ। ਸ਼ਾਹਜਹਾਨ ਇੱਕ ਘੁੱਟ ਪਾਣੀ ਨੂੰ ਟਰਕਦਾ ਮਰ ਗਿਆ, ਸਕਾ ਭਰਾ ਦਾਰਾ ਸ਼ਕੋ ਕੋ ਕੇ ਮਾਰਿਆ। ਦੱਸੋ ਹੋਰ ਕਿਸੇ ਦਾ ਕੀ ਬਣੂਗਾ? ਉਹਨੂੰ ਸਤਿ ਸ੍ਰੀ ਅਕਾਲ ਦੂਰ ਹੀ ਵੀ ਤੂੰ ਸਾਡਾ ਕੀ ਸਵਾਰੂੰਗਾ? ਆਪਦੇ ਟੱਬਰ ਨੂੰ ਤਾਂ ਤੂੰ ਇੰਨਾ ਦੁਖੀ ਕੀਤਾ। ਸਕੀ ਧੀ ਨਹੀਂ ਵਿਆਹੀ ਸਾਰੀ ਉਮਰ ਵੀ ਜਵਾਈ ਕਿਤੇ ਇਹ ਪ੍ਰਧਾਨ ਹੀ ਨਾ ਬਣ ਜਾਏ, ਕਿਤੇ ਤਖਤ ਦਾ ਮਾਲਕ ਨਾ। ਤੂੰ ਵੱਡਾ ਤਿਆਗੀ ਬਣਿਆ ਫਿਰਦਾ, ਮੈਂ ਇੰਝ ਤੇ ਮੈਂ ਉਂਝ। ਬੰਦੇ ਦਾ ਮਨ ਲਾਲਚੀ ਹੈ, ਬਾਹਰੋਂ ਜੋ ਮਰਜ਼ੀ ਪਖੰਡ ਖਿਲਾਰਦਾ ਹੈ। ਅਤੇ ਇਸ ਲਈ ਬਿਲਕੁਲ ਸਾਫ਼ ਅੱਖਰਾਂ ਦੇ ਵਿੱਚ ਮਹਾਰਾਜ ਨੇ ਦੱਸ ਦਿੱਤਾ, ਇਉਂ ਖਾਣ ਪੀਣ ਪਹਿਨਣ ਭੋਗਣ ਦੇ ਨਾਲ ਬੰਦਾ ਵੱਡਾ ਨਹੀਂ ਬਣਦਾ ਹੈ। ਬੰਦਗੀ ਦੇ ਨਾਲ, ਸਿਮਰਨ ਦੇ ਨਾਲ, ਕਿਸੇ ਦੀ ਮਦਦ ਕਰਨ ਦੇ ਨਾਲ, ਕਿਸੇ ਦੇ ਕੰਮ ਆਉਣ ਦੇ ਨਾਲ ਵੱਡਾ ਬਣਦਾ ਹੈ। ਤੁਹਾਡਾ ਮਨ
कुदरती खुश रहेगा, प्रसन्न रहेगा जिस दिन तुसी किसी दे काम आओगे। इस वास्ते इंसान दे सब तो वड्डा ये गुण है कि वो किसी दी हैल्प करे। मन लो कि आपां किसी दी मदद करन दे नहीं योग, पर मानसिक तौर ते उहदे दुख दे विच शरीक होना ही एक उहदी मदद है। उहदे वास्ते अरदास करनी भी मदद है। भला तां रब ही कर सकदा, ते पर बंदा अरदास तां करे, ਉਹਦੇ ਦੁੱਖ 'ਚ ਦੁੱਖ ਤਾਂ ਮਨਾਵੇ। ਇੱਕ ਬੰਦਾ ਭੁੱਖਾ ਮਰ ਰਿਹਾ ਹੈ, ਇੱਕ ਤੜਫ ਰਿਹਾ ਹੈ ਧੁੱਪੇ ਖੜਾ, ਤੇ ਦੂਸਰਾ ਜਹਾਜ਼ਾਂ 'ਚ ਘੁੰਮ ਰਿਹਾ। ਆਖੇ ਜੀ ਮੈਨੂੰ ਤਾਂ ਪਤਾ ਹੀ ਨਹੀਂ। ਵੋਟਾਂ ਲੈਣ ਲੱਗਿਆ ਬੰਦੇ ਨੂੰ ਪਤਾ ਹੁੰਦਾ ਵੀ ਕਿੱਥੇ ਕਿੱਥੇ ਵੋਟਾਂ ਹਨ। ਵਧੋ ਵਧੀਆ ਰਾਸ਼ਨ ਕਾਰਡ ਆਧਾਰ ਕਾਰਡ ਬਣਾਉਂਦੇ ਨੇ ਵੀ ਵੋਟ ਪਊਗੀ। ਹੁਣ ਪਤਾ ਹੀ ਨਹੀਂ ਕਿ ਬੋਲ ਕੋਈ ਕੀ ਰਿਹਾ, ਖਾ ਕੀ ਰਿਹਾ, ਰਹਿ ਕਿੱਥੇ ਰਿਹਾ ਹੈ। ਦੁਨੀਆ ਤਰਾਹ ਤਰਾਹ ਕਰਦੀ ਪਈ ਹੈ। ਬਾਰਿਸ਼ਾਂ ਦੇ ਵਿੱਚ ਵੇਖੋ ਗੁੜ ਗੁੜੇ ਪਾਣੀ, ਕਿੰਨੀ ਗਰਮੀ, ਭੜਾਸ, ਧੁੱਪ, ਸੜਕਾਂ 'ਤੇ ਲੋਕ ਬੈਠੇ ਹੋਏ ਨੇ, ਤੇ ਸਾਡੇ ਵੱਡੇ ਬੰਦਿਆਂ ਨੂੰ ਪਤਾ ਹੀ ਨਹੀਂ। ਇਹ ਮਾਇਆ ਦਾ ਨਸ਼ਾ ਹੈ। ਤਾਈਓ ਕਹਿੰਦੇ ਤਪੋਂ ਰਾਜ ਤੇ ਰਾਜੋਂ ਨਰਕ, ਇਹ ਨਰਕਾਂ ਦਾ ਹੀ ਰਸਤਾ ਆਪਦਾ ਬਣਾ ਰਹੇ ਨੇ। ਇਹੋ ਮਹਾਰਾਜ ਕਹਿੰਦੇ ਨੇ ਜੇ ਬੰਦਾ ਬਣ ਕੇ ਕੇਵਲ ਖਾਣ ਪੀਣ ਪਹਿਨਣ ਭੋਗਣ 'ਚ ਹੀ ਖੁਸ਼ੀ ਮਨਾਉਂਦਾ ਰਿਹਾ ਵੀ ਆਪਾਂ ਨੂੰ ਤਾਂ ਐਸੀ ਲੱਗਾ ਸਾਨੂੰ ਕਿਸੇ ਨਾਲ ਕੀ। ਮੈਨੂੰ ਵੇਖ ਕੇ ਬਹੁਤ ਮਹਿਸੂਸ ਹੁੰਦਾ ਹੈ। ਸੜਕ ਦੇ ਕਿਨਾਰੇ 'ਤੇ ਵੇਖੋ ਕਿੰਨੀ ਗਰਮੀ ਹੈ, ਤੇ ਮਾਈਆਂ ਬੇਬੀਆਂ ਸਾਡੀਆਂ ਬਜ਼ੁਰਗ ਮਾਤਾਵਾਂ ਗੁਟਕੇ ਸਾਹਿਬ ਫੜ ਕੇ ਤੇ ਸਪੈਸ਼ਲ 2 ਜਥੇ ਇੱਕ ਦਿਨ ਦੂਜਾ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ। ਉਹਨਾਂ ਨੂੰ ਭਲਾ ਕੀ ਬਿਪਤਾ ਪਈ ਹੈ। ਕਹਿਣ ਦਾ ਭਾਵ ਇਹ ਹੈ ਕਿ ਸਰਬ ਸਾਂਝੀ ਬਿਪਤਾ ਨੂੰ, ਦੁੱਖ ਨੂੰ ਮਹਾਰਾਜ ਦਾ ਨਾਮ ਜਪ ਕੇ ਅਰਦਾਸ ਕਰਨੀ ਵੀ ਸੱਚਾ ਪਾਤਸ਼ਾਹ ਕਿਰਪਾ ਕਰਕੇ ਸਭਨਾਂ ਦਾ ਭਲਾ ਕਰ, ਸਭਨਾਂ ਦੀ ਮਦਦ ਕਰ। ਇਉਂ ਇਹ ਇਨਸਾਨ ਦਾ ਇੱਕ ਗੁਣ ਹੈ, ਜੀ ਦਇਆ ਪ੍ਰਵਾਨ। ਬਿਨਾਂ ਭਗਤੀ ਤੋਂ, ਬਿਨਾਂ ਦਇਆ ਤੋਂ ਕਹਿੰਦੇ ਨਿਸਫਲ ਹੀ ਦੁਨੀਆ ਮਰੀ ਜਾ ਰਹੀ ਹੈ। ਤਿਨ ਅਬ ਭਗਤੀ ਬਾਦ ਮਰੀ ਜਾਏ। ਅਬ ਨਾਮ ਹੈ ਹਿਰਦੇ ਦਾ। ਹਿਰਦੇ ਵਿੱਚ ਭਗਤੀ ਤਾਰਨ ਤੋਂ ਬਿਨਾਂ ਸਾਰੇ ਨਿਸਫਲ ਹੀ ਮਰ ਜਾਂਦੇ ਹਨ। ਸਾਰੇ ਅੰਬਸਰ ਕੀ ਸਾਰ ਨ ਜਾਣੈ। ਚੰਗਾ ਕੀ ਹੈ, ਮਾੜਾ ਕੀ ਹੈ, ਇਹਦੀ ਖਬਰ ਨਹੀਂ ਜਾਣਦੇ। ਜਮ ਮਾਰੇ ਕਿਆ ਚਾਰਾ ਹੈ। ਜਦ ਜਮ ਉਹਨਾਂ ਨੂੰ ਮਾਰੇਗਾ ਤਦ ਉਹਨਾਂ ਦਾ ਦੱਸੋ ਕੀ ਚਾਰਾ ਚੱਲੇਗਾ। ਭਾਵ ਕੋਈ ਪੇਸ਼ ਨਹੀਂ ਜਾਵੇਗੀ। ਪਰ ਵਿਰਤੀ ਨਰ ਵਿਰਤ ਪਛਾਣੈ। ਗੁਰਮੁਖ ਜਨ ਅੱਠੇ ਪੈਰ ਨਾਮ ਸਿਮਰਨ 'ਚ ਮਨ ਦੀ ਲਗਨ ਲਗਾਉਣੀ, ਤੇ ਕਾਮ ਕ੍ਰੋਧ ਆਦਿਕ ਵਿਕਾਰਾਂ ਦੇ ਤਿਆਗ ਨੂੰ ਹੀ ਪਹਿਚਾਣਦੇ ਹਨ। ਗੁਰ ਕਾ ਸੰਗ ਸ਼ਬਦ ਕਰ ਜਾਣੈ। ਉਹ ਗੁਰੂ ਸਾਹਿਬ ਦੇ ਨਾਲ ਭਾਵ ਸਤ ਸੰਗਤ ਵਿੱਚ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਸਰੂਪ ਰੂਪੀ ਘਰ ਨੂੰ ਜਾਣ ਲੈਂਦੇ ਹਨ। ਕੈਸੇ ਹੀ ਮੰਦਾ ਆਖ ਨ ਚੱਲੈ। ਉਹ ਕਿਸੇ ਨੂੰ ਵੀ ਮੰਦਾ, ਖੋਟਾ, ਬੁਰਾ ਬਚਨ ਕਹਿ ਕੇ ਨਹੀਂ ਚੱਲਦੇ। ਅੱਚ ਖਰਾ ਸਚਿਆਰਾ ਹੈ। ਉਹ ਸੱਚੇ ਨਾਮ ਦੇ ਜਪਣ ਕਰਕੇ ਬਹੁਤ ਸਚਾਈ ਦੇ ਜੀਵਨ ਵਾਲੇ ਹਨ। ਸਾਚ ਬਿਨਾ ਦਰ ਸਿਜੈ ਨਾ ਕੋਈ। ਸੱਚੇ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਪ੍ਰਭੂ ਦੇ ਦੁਆਰੇ ਵਿੱਚ ਕੋਈ ਵੀ ਨਹੀਂ ਪਹੁੰਚਦਾ। ਸਾਚ ਸ਼ਬਦ ਪੈਜੈ ਪਤ ਹੋਈ। ਸੱਚੇ ਗੁਰਾਂ ਦੇ ਉਪਦੇਸ਼ ਰੂਪ ਪੋਸ਼ਾਕ ਨੂੰ ਪਹਿਨ ਕੇ ਲੋਕ ਪਰਲੋਕ ਵਿੱਚ ਇੱਜ਼ਤ ਪ੍ਰਾਪਤ ਹੁੰਦੀ ਹੈ। ਆਪੇ ਬਖਸ਼ ਲਾਏ ਤਿਸ ਪਾਵੈ। ਉਸ ਹਰੀ ਨੂੰ ਜੋ ਪਾ ਜਾਂਦਾ, ਉਸ ਨੂੰ ਆਪ ਹੀ ਨਾਮ ਦੀ ਦਾਤ ਦੇ ਕੇ ਬਖਸ਼ ਲੈਂਦਾ ਹੈ। ਬਖਸ਼ਿਸ਼ ਦੀ ਨਿਸ਼ਾਨੀ ਕੀ ਹੈ? ਜਿਸ ਨੂੰ ਬਖਸ਼ ਲੈ ਹੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਜੇ ਤੁਸੀਂ ਪਾਠ ਕਰ ਰਹੇ ਹੋ ਤੇ ਸਮਝ ਲਓ ਬਖਸ਼ੇ ਗਏ ਹੋ। ਜੇ ਤੁਸੀਂ ਕੀਰਤਨ ਕਥਾ ਚਿੱਤ ਜੋੜ ਲਿਆ, ਸਮਝ ਲਓ ਤੁਸੀਂ ਬਖਸ਼ੇ ਹੋਏ ਹੋ। ਭਾਵੇਂ 1 ਮਿੰਟ ਲਈ ਮਹਾਰਾਜ ਨੇ ਆਪਾਂ ਨੂੰ ਬਖਸ਼ਿਆ, ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ। ਹਉਮੈ ਗਰਭ ਨਿਵਾਰਾ ਹੈ। ਜਿਸ ਨੂੰ ਫਿਰ ਬਖਸ਼ ਲੈਂਦਾ, ਉਸੇ ਜੀਵ ਨੇ ਹੀ ਦੇਹ ਦੀ ਹੰਗਤਾ ਤੇ ਗੁਣਾਂ ਦਾ ਹੰਕਾਰ
ਹੌਲੀ ਹੌਲੀ ਗੁਰਬਾਣੀ ਦੇ ਉਪਦੇਸ਼ ਦੁਆਰਾ ਨਿਵਰਤ ਕੀਤਾ ਹੈ। ਗੁਰ ਕਿਰਪਾ ਤੇ ਹੁਕਮ ਪਛਾਣੈ। ਪਹਿਲੇ ਦਿਨ ਹੀ ਦਵਾਈ ਖਾਣ ਨਾਲ ਤਾਂ ਆਰਾਮ ਆ ਨਹੀਂ ਜਾਂਦਾ। ਹਉਮੈ ਦੀਰਘ ਰੋਗ ਹੈ, ਬੜਾ ਡੂੰਘਾ ਫੋੜਾ ਹੈ। ਉੱਪਰੋਂ ਦਾ ਠੀਕ ਜਾਪਦਾ ਪਰ ਅੰਦਰੋਂ ਇਹਦੀ ਕੈਂਸਰ ਬਣੀ ਹੋਈ ਹੈ। ਦਾਰੂ ਪੀਏ ਸਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਜੇ ਗੁਰੂ ਦੇ ਸ਼ਬਦ ਦੀ ਕਮਾਈ ਕਰੂਗਾ ਤਾਂ ਹੀ ਮਹਾਰਾਜ ਦੀ ਕਿਰਪਾ ਹੋਊਗੀ। ਜਾਂ ਵਾਹਿਗੁਰੂ ਕਿਰਪਾ ਕਰਦਾ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਹੈ ਸੁਣੋ ਜਣੋ ਇਤ ਸੰਜਮ ਦੁਖ ਜਾਹੇ। ਜਿਵੇਂ ਜਿਵੇਂ ਕਮਾਈ ਕਰੂਗਾ, ਪਰਹੇਜ਼ ਰੱਖੂਗਾ, ਚੌਂ ਬਜਰ ਕਰੇ ਤਾਂ ਤੋਂ ਬਚ ਕੇ ਜੀਵਨ ਉੱਚਾ ਸੁੱਚਾ, ਤਿਵੇਂ ਤਿਵੇਂ ਇਹ ਹਉਮੈ ਦੀ ਬਿਮਾਰੀ ਠੀਕ ਹੋਏਗੀ। ਜੁਗੈ ਜੁਗੰਤਰ ਕੀ ਬਿਦ ਜਾਣੈ। ਗੁਰ ਕਿਰਪਾ ਤੇ ਹੁਕਮ ਪਛਾਣੈ। ਜੋ ਗੁਰਾਂ ਦੀ ਕਿਰਪਾ ਤੋਂ ਪਰਮੇਸ਼ਰ ਦਾ ਹੁਕਮ ਪਹਿਚਾਣਦਾ, ਉਹ ਜੁਗਾਂ ਜੁਗਾਂ ਵਿੱਚ ਵਿਆਪਕ ਪਰਮਾਤਮਾ ਦੀ ਪ੍ਰਾਪਤੀ ਦੇ ਜੁਗਤੀ ਨੂੰ ਜਾਣ ਲੈਂਦਾ ਹੈ। ਨਾਨਕ ਨਾਮ ਜਪੋ ਤਰ ਤਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਥਨ ਕਰਦੇ, ਹੇ ਭਾਈ ਤੁਸੀਂ ਪਰਮੇਸ਼ਰ ਦਾ ਨਾਮ ਜਪਣਾ ਕਰੋ, ਫਿਰ ਤੁਸੀਂ ਭਗਤੀ ਰੂਪ ਬੇੜੀ ਤੇ ਚੜ੍ਹ ਕੇ ਆਸਾ ਰੂਪ ਨਦੀ ਤੋਂ ਤਰ ਜਾਵੋਗੇ। ਸਚ ਤਾਰੇ ਤਾਰਨ ਹਾਰਾ ਹੈ। ਨਿਸ਼ਚੈ ਕਰਕੇ ਤਾਰਨ ਵਾਲਾ ਪਰਮਾਤਮਾ ਨਾਮ ਰੂਪ ਜਹਾਜ਼ ਤੇ ਚੜਾ ਕੇ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ। ਮਾਰੂ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਮਹਾਰਾਜ ਮਾਰੂ ਰਾਗ ਵਿੱਚ ਅਗਲਾ ਸ਼ਬਦ ਉਚਾਰ ਰਹੇ ਹਨ। ਹਰ ਸਾਮੀਤ ਨਹੀਂ ਮੈਂ ਕੋਈ। ਹਰੀ ਪਰਮੇਸ਼ਰ ਵਰਗਾ ਮਿੱਤਰ ਮੈਨੂੰ ਕੋਈ ਵੀ ਨਿਗਾਹ ਦੇ ਵਿੱਚ ਨਹੀਂ ਆਇਆ। ਜੈਨ ਤਨ ਮਨ ਦੀਆ ਸੁਰਤ ਸਮੋਈ। ਜਿਸ ਪਰਮਾਤਮਾ ਨੇ ਮੈਨੂੰ ਇੰਨਾ ਸੋਹਣਾ ਬੜਾ ਸਰੀਰ ਦਿੱਤਾ, ਹਿਰਦਾ ਦਿੱਤਾ, ਫਿਰ ਉਹਦੇ ਵਿੱਚ ਗਿਆਤ ਚੇਤਨ ਸ਼ਕਤੀ ਮਿਲਾਈ ਹੋਈ ਹੈ, ਆਪਣੀ ਸ੍ਰੇਸ਼ਟ ਪ੍ਰੀਤੀ ਵਿੱਚ ਮਿਲਾਉਣਾ ਕੀਤੀ ਹੈ। ਜਾਣੀ ਕਿ ਬੰਦਾ ਜਾਗਦੇ ਦਿਮਾਗ ਵਾਲਾ ਮੰਨਿਆ, ਇਹਨੂੰ ਦਿਮਾਗ ਦਿੱਤਾ, ਇਹਨੂੰ ਸੋਚ ਦਿੱਤੀ ਹੈ। ਸਰਬ ਜੀਆਂ ਪ੍ਰਤਪਾਲ ਸੰਭਾਲੇ। ਫਿਰ ਉਹ ਸਾਰੇ ਜੀਆਂ ਦਾ ਹੀ ਪਾਲਣਾ ਕਰਕੇ ਸੰਭਾਲਦਾ ਹੈ। ਸੋ ਅੰਤਰ ਦਾਨਾ ਪੀਨਾ ਹੈ। ਉਹ ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ ਤੇ ਸਾਰਿਆਂ ਦੇ ਗੁਪਤ ਪ੍ਰਤੱਖ ਕੰਮਾਂ ਨੂੰ ਦੇਖਣ ਵਾਲਾ ਮੇਰੇ ਹਿਰਦੇ ਅੰਦਰ ਹੀ ਵਸਦਾ ਹੈ। ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ। ਗੌਰ ਸਰਵਰ ਹਮ ਹੰਸ ਪਿਆਰੇ। ਗੁਰੂ ਸਾਹਿਬ ਜੀ ਮਾਨ ਸਰੋਵਰ ਦੀ ਤਰ੍ਹਾਂ ਨੇ। ਅਸੀਂ ਤਮਾਮ ਜਗਿਆਸੂ ਜਾਨੋ ਉਸ ਪਿਆਰੇ ਗੁਰੂ ਦੇ ਕੋਲ ਵਸਣ ਵਾਲੇ ਹੰਸਾਂ ਦੀ ਤਰ੍ਹਾਂ ਹਾਂ। ਸਾਗਰ ਮਹਿ ਰਤਨ ਲਾਲ ਬਹੁ ਸਾਰੇ। ਜਿਵੇਂ ਸਮੁੰਦਰ ਮਾਨ ਸਰੋਵਰ ਵਿੱਚ ਮਾਣਕ ਲਾਲ ਆਦਿਕ ਬਹੁਤ ਸਾਰੇ ਪਦਾਰਥ ਹੁੰਦੇ ਨੇ, ਇਉਂ ਗੁਰੂ ਰੂਪੀ ਸਮੁੰਦਰ ਵਿੱਚ ਵੈਰਾਗ ਰੂਪੀ ਰਤਨ, ਪ੍ਰੇਮ ਰੂਪੀ ਲਾਲ ਆਦਿਕ ਬਹੁਤ ਸਾਰੇ ਸ਼ੁਭ ਗੁਣਾ ਰੂਪ ਪਦਾਰਥ ਹਨ। ਮੋਤੀ ਮਾਨਕ ਹੀਰਾ ਹਾਰ ਜਸ। ਨਿਸ਼ਕਾਮ ਕਰਮ ਅੰਤःਕਰਨ ਦੀ ਸ਼ੁੱਧੀ ਰੂਪ ਮੋਤੀ, ਸ਼ਰਵਣ ਮੰਨਨ ਨਿਧਿਆਸਨ ਰੂਪ ਮਾਣਕ ਅਤੇ ਹਰੀ ਪਰਮੇਸ਼ਰ ਦਾ ਕੀਰਤਨ ਰੂਪ ਹੀਰਾ ਹੈ। ਗਾਵਤ ਮਨ ਤਨ ਭੀਨਾ ਹੈ। ਜਿਸ ਜਸ ਦੇ ਗਾਉਂਦਿਆਂ ਮਨ ਹਿਰਦਾ ਤੇ ਤਨ ਸਰੀਰ ਇਹ ਵੀ ਭਿੱਜ ਜਾਂਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣਿਆ ਰਾਮ ਰਾਜੇ। ਇਸ ਤਰ੍ਹਾਂ ਹਰ ਅਗਮ ਅਗਾਹੋ ਅਗਾਧ ਨਿਰਾਲਾ। ਸਾਰੇ ਜੀਵਾਂ ਵਿੱਚ ਮੌਜੂਦ ਹੁੰਦਿਆਂ ਵੀ ਹਰੀ ਪਰਮੇਸ਼ਰ ਜੀਵਾਂ ਦੁਆਰਾ ਸ਼ਾਸਤਰਾਂ ਕਰਕੇ ਅਪਹੁੰਚ, ਵੇਦਾਂ ਕਰਕੇ ਗ੍ਰਹਿਣ ਤੋਂ ਰਹਿਤ ਹੈ, ਮਨ ਕਰਕੇ ਅਗੰਮ ਮਤਲਬ ਮਨ ਦੇ ਸੰਕਲਪਾਂ ਵਿਕਲਪਾਂ ਦਾ ਵਿਸ਼ਾ ਨਹੀਂ, ਬਾਣੀ ਕਰਕੇ ਗ੍ਰਹਿਣ ਤੋਂ ਰਹਿਤ, ਜਾਂ ਗਾਹੋ ਥਾਂ ਦੀ ਪ੍ਰਾਪਤੀ ਨਹੀਂ ਉਹਦੀ ਜਾਣੀ ਜਾ ਸਕਦੀ। ਅਗਾਧ ਡੂੰਘਾ ਗੰਭੀਰਤਾ ਵਾਲਾ ਅਤੇ ਨਿਰਾਲਾ ਅਸੰਗ ਵੱਖਰਾ ਹੈ। ਹਰ ਅੰਤਨ ਪਾਈਐ ਗੁਰ ਗੋਪਾਲਾ। ਉਸ ਪੂਜਨੀਕ ਪ੍ਰਿਥਵੀ ਦੇ ਪਾਲਕ ਹਰੀ ਪਰਮੇਸ਼ਰ ਦਾ
ਅੰਤ ਨਹੀਂ ਪਾਇਆ ਜਾ ਸਕਦਾ, ਜਾਂ ਉਸ ਹਰੀ ਦਾ ਅੰਤ ਨਹੀਂ ਹੈ। ਪਰ ਗੋਪਾਲ ਸਰੂਪ ਗੁਰਾਂ ਦੁਆਰਾ ਉਸ ਦੀ ਪ੍ਰਾਪਤੀ ਕਰ ਲਈ ਦੀ ਹੈ। ਸਤਿਗੁਰ ਮਤ ਤਾਰੇ ਤਾਰਨ ਹਾਰਾ, ਪਾਰ ਉਤਾਰਾ ਕਰਨ ਵਾਲਾ ਸਤਿਗੁਰੂ ਆਤਮ ਸ਼ੈਣੀ ਬੁੱਧੀ ਦੇ ਕੇ ਸੰਸਾਰ ਸਮੁੰਦਰ ਤੋਂ ਤਾਰਨਾ ਕਰਦਾ ਹੈ। ਮੇਲ ਲਾਏ ਰੰਗ ਲੀਨਾ ਹੈ, ਜਿਸ ਦਾ ਮਨ ਪ੍ਰੇਮ ਰੰਗ ਦੇ ਵਿੱਚ ਲੀਨ ਹੋਇਆ, ਉਸ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਵਿੱਚ ਮੇਲ ਲਿਆ ਹੈ। ਸਤਿਗੁਰ ਬਾਝਾ ਹੋ ਮੁਕਤ ਕਨੇਹੇ, ਸਤਿਗੁਰੂ ਸਾਹਿਬ ਜੀ ਤੋਂ ਬਿਨਾ ਮੁਕਤੀ ਕਿਹੋ ਜਿਹੀ ਹੈ, ਭਾਵ ਕਿਵੇਂ ਪ੍ਰਾਪਤ ਹੋ ਸਕਦੀ, ਅਰਥਾਤ ਨਹੀਂ ਪ੍ਰਾਪਤ ਹੋ ਸਕਦੀ। ਓਹ ਆਦ ਜੁਗਾਦੀ ਰਾਮ ਸਨੇਹੇ, ਉਹ ਗੁਰੂ ਸਾਹਿਬ ਜੀ ਸਦਾ ਸਦਾ ਪਰਮੇਸ਼ਰ ਦਾ ਪ੍ਰੇਮ ਪੈਦਾ ਕਰਨ ਵਾਲੇ ਹਨ। ਦਰਗਹ ਮੁਕਤ ਕਰੇ ਕਰ ਕਿਰਪਾ, ਸਤ ਸੰਗਤ ਰੂਪ ਦਰਗਾਹ ਵਿੱਚ ਗੁਰੂ ਜੀ ਜਿਸ ਉੱਪਰ ਆਪਣੀ ਮਿਹਰ ਦੀ ਦ੍ਰਿਸ਼ਟੀ ਕਰਦੇ ਉਸ ਨੂੰ ਮੁਕਤ ਕਰ ਦਿੰਦੇ ਹਨ, ਜਾਂ ਸੱਚਖੰਡ ਰੂਪ ਦਰਗਾਹ ਵਿੱਚ ਕਿਰਪਾ ਕਰਕੇ ਮੁਕਤ ਕਰ ਦਿੰਦੇ ਨੇ। ਜਾਂ ਦਰਗਹ ਹੈ ਹਿਰਦੇ ਰੂਪ ਦਰ ਦੇ ਅੰਦਰ ਤੁਰਿਆ ਪਦ ਰੂਪ ਜਗ੍ਹਾ ਦੀ ਪ੍ਰਾਪਤੀ ਕਰਾ ਕੇ ਮਿਹਰ ਦੀ ਦ੍ਰਿਸ਼ਟੀ ਨਾਲ ਮੁਕਤ ਕਰ ਦਿੰਦੇ ਹਨ। ਬਖਸ਼ੇ ਅਵਗੁਣ ਕੀਨਾ ਹੈ, ਅਤੇ ਜੀਵ ਦੇ ਕੀਤੇ ਗੁਨਾਹਾਂ ਨੂੰ ਵੀ ਬਖਸ਼ ਲੈਂਦੇ ਹਨ। ਸਤਿਗੁਰ ਦਾਤਾ ਮੁਕਤ ਕਰਾਏ, ਅੰਮ੍ਰਿਤ ਨਾਮ ਦੇ ਦਾਤੇ ਸਤਿਗੁਰੂ ਜੀ ਨਾਮ ਦੀ ਦਾਤ ਦੇ ਕੇ ਜੀਵਨ ਨੂੰ ਮੁਕਤ ਕਰਾ ਦਿੰਦੇ ਹਨ। ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜੋ ਅੰਮ੍ਰਿਤ ਨਾਮ ਰਸ ਨੂੰ ਪ੍ਰਾਪਤ ਕਰਦੇ ਨੇ ਉਹਨਾਂ ਦੇ ਹਉਮੈ ਆਦਿਕ ਦੇ ਸਾਰੇ ਦੁੱਖ ਰੋਗ ਗੁਰੂ ਜੀ ਗਵਾ ਮੇਟ ਦਿੰਦੇ ਨੇ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਜੇ ਨਹੀਂ ਉਤਰੇ ਸਮਝ ਲਓ ਸੱਚੀ ਬਾਣੀ ਨੂੰ ਸੁਣਿਆ ਨਹੀਂ ਹੈ। ਜੇ ਸੱਚਮੁੱਚ ਹੀ ਸੁਣੀ ਹੈ ਤਾਂ ਫਿਰ ਦੁੱਖ ਰੋਗ ਤੇ ਸੰਤਾਪ ਉਤਰ ਜਾਂਦੇ ਨੇ। ਮੈਂ ਕੱਲ੍ਹ ਹੀ ਵਾਸੂਦੇਵ ਭਾਰਦਵਾਜ ਦੀ ਸਪੀਚ ਸੁਣ ਰਿਹਾ ਸੀ। ਸੰਤ ਮਸਕੀਨ ਜੀ ਨੇ ਉਹਨੂੰ 6.5 ਮਿੰਟ ਦਾ ਟਾਈਮ ਦਿੱਤਾ, ਮੰਜੀ ਸਾਹਿਬ ਲਾਈਵ 'ਤੇ ਉਹ ਸਾਰੀ ਸਪੀਚ ਸਾਰਿਆਂ ਨੇ ਸੁਣੀ ਸੀ। ਉਹਨੇ ਦੱਸਿਆ ਕਿ ਮੈਂ ਕੈਂਸਰ ਦਾ ਮਰੀਜ਼ ਸੀਗਾ, ਦਿਮਾਗ 'ਚ ਮੇਰੇ ਟਿਊਮਰ ਸੀਗਾ। ਡਾਕਟਰਾਂ ਨੇ ਜਵਾਬ ਦੇ ਦਿੱਤਾ ਵੀ ਕੁਝ ਦਿਨਾਂ ਦਾ ਨਹੀਂ ਪ੍ਰਾਹੁਣਾ, ਅਤੇ ਹੱਡੀਆਂ ਦਾ ਵੀ ਕੈਂਸਰ, ਮੈਂ ਬੈਠ ਨਹੀਂ ਸੀ ਸਕਦਾ। ਕਹਿੰਦੇ ਜੇ ਤੂੰ ਬੈਠਿਆ ਤੇਰੀਆਂ ਹੱਡੀਆਂ ਚਕਨਾ ਚੂਰ ਹੋ ਜਾਣਗੀਆਂ। ਕਹਿੰਦਾ ਸਟਰੇਚਰ 'ਤੇ ਲੰਮੇ ਪਾ ਕੇ ਮੈਨੂੰ ਮੇਰੇ ਘਰਦਿਆਂ ਨੇ ਦਰਬਾਰ ਸਾਹਿਬ ਲਿਆਂਦਾ। ਸਰਦਾਰ ਕੇਸਰ ਸਿੰਘ ਜੀ ਉੱਥੇ ਗੁਰਦੁਆਰੇ ਦੇ ਕਹਿੰਦੇ ਪ੍ਰਧਾਨ ਸੀਗੇ, ਉਹਨਾਂ ਦਾ ਮੇਰੇ 'ਤੇ ਪ੍ਰਭਾਵ ਸੀਗਾ। ਮਸਕੀਨ ਦੀ ਕਥਾ ਸੁਣ ਕੇ ਮੈਨੂੰ ਥੋੜ੍ਹੀ ਬਹੁਤੀ ਸੋਝੀ ਸੀਗੀ। ਘਰ ਵਾਲੀ ਵੀ ਪੰਜਾਬੀ ਜਾਣਦੀ ਸੀ, ਮੈਂ ਭਾਵੇਂ ਕਹਿੰਦੇ ਪੰਜਾਬੀ ਨਹੀਂ ਪੜ੍ਹਿਆ, ਪਰ ਫਿਰ ਵੀ ਕਈ ਉਰਦੂ ਅਤੇ ਹਿੰਦੀ ਦੇ ਵਰਡ ਵੀ ਬਾਣੀ ਵਿੱਚ ਨੇ, ਉਹਦੀ ਕਹਿੰਦੇ ਮੈਨੂੰ ਸਮਝ ਆਉਂਦੀ ਸੀ। ਅਤੇ ਨਾਸਾ ਦਾ ਵਿਗਿਆਨੀ ਇੰਗਲਿਸ਼ਮੈਨ ਬੰਦਾ ਅਤੇ ਨਾਸਤਕ ਹੁੰਦੇ ਨੇ ਵਿਗਿਆਨੀ। ਕੋਈ ਕਹਿੰਦੇ ਮੇਰੀ ਸ਼ਰਧਾ ਨਹੀਂ ਸੀ, ਫਿਰ ਵੀ ਸੋਚਿਆ ਵੀ ਚਲੋ ਮਰਦਿਆਂ ਦੇ ਤਰਲੇ ਹੁੰਦੇ ਨੇ, ਕਹਿੰਦੇ ਡੁੱਬਦੇ ਨੂੰ ਤਿਨਕੇ ਦਾ ਸਹਾਰਾ, ਨਾ ਭਲਾ ਹੋਇਆ ਤੇ ਕੋਈ ਨਹੀਂ, ਯਾਤਰਾ ਹੀ ਸਹੀ, ਮਰ ਤੇ ਜਾਣਾ ਹੀ ਆ, ਦੁਨੀਆ ਦਾ ਜੋੜ ਮੇਲਾ ਹੀ ਸਹੀ। ਜਿੱਥੇ ਝੰਡੇ ਪੁੰਗੇ ਵਾਲਾ ਸਥਾਨ ਹੈ, 2 ਨਿਸ਼ਾਨ ਸਾਹਿਬਾਂ ਦੇ ਨਜ਼ਦੀਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪ੍ਰਕਾਸ਼ ਹੁਕਮਨਾਮਾ ਜਿੱਥੇ ਲਿਖਿਆ ਹੁੰਦਾ, ਉੱਥੇ ਕਹਿੰਦੇ ਸਪੈਸ਼ਲ ਸਿੰਘ ਸਾਹਿਬਾਂ ਦੀ ਸਿਫਾਰਿਸ਼ 'ਤੇ ਵੀ ਇਹ ਬੰਦਾ ਸਮਝ ਲਓ ਵੀ ICU ਐਮਰਜੈਂਸੀ ਦੀ ਹਾਲਤ 'ਚ, ਉਹ 20 ਸਾਲਾਂ ਬਾਅਦ ਵਾਰੀ ਆਉਂਦੀ ਹੈ। ਇਹਦਾ ਹੁਣੇ ਕਹਿੰਦੇ ਅਖੰਡ ਪਾਠ ਸਾਹਿਬ ਰੱਖੋ। ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਇਆ, ਹੌਲੀ ਹੌਲੀ ਕਹਿੰਦਾ ਮੈਨੂੰ ਐਨਰਜੀ ਮਿਲੀ, ਸਮਝ ਆਈ, ਅਤੇ ਮੈਂ ਕਿਹਾ ਵੀ ਮੈਨੂੰ ਢੋਲ ਆ ਕੇ ਬਿਠਾ ਦਿਓ। 8:30 ਵਜੇ ਦਾ ਕਹਿੰਦਾ ਸਮਾਂ ਸੀਗਾ। ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਹੋਇਆ, ਅਤੇ ਜਦ ਮੈਂ ਢੋਲ ਆ ਕੇ ਬੈਠਾ, ਮੇਰੀ ਬੇਟੀ ਨੇ ਇਸ ਖੁਸ਼ੀ ਦੇ ਵਿੱਚ ਵੀ ਇਹ ਢੋਲ ਆ ਕੇ ਬੈਠਾ ਹੈ ਯਾਦਗਾਰ ਵਜੋਂ ਵੀ ਮੇਰੀ ਮਾਂ ਵੀ ਨਾਲ ਬੈਠੀ ਹੈ, ਇੱਕ ਸਨੈਪ ਲੈਣ ਦੀ ਕੋਸ਼ਿਸ਼ ਕੀਤੀ। ਨਾ ਮੈਨੂੰ ਪਤਾ, ਨਾ ਬੇਟੀ ਨੂੰ ਪਤਾ, ਕਿਸੇ ਨੂੰ ਕੁਛ ਪਤਾ ਨਹੀਂ ਵੀ ਕੀ ਹੋਣ ਵਾਲਾ। ਸੁਖਮਨੀ ਸਾਹਿਬ ਦਾ ਪਾਠ ਜਿਉਂ ਆਰੰਭ ਹੋਇਆ, ਉਹ ਖੜੀ ਹੋਈ ਸਨੈਪ ਲੈਣ ਲਈ।
एक पौड़ी तो बाद रहाओ दियां दो पंक्तियां आउंदियां ने, सुखमनी सुख अमृत प्रभ नाम, भगत जना कै मन विसराम। ये जद पंक्ति पाठी सिंह ने मूँह तो पढ़ी, कहंदे एनर्जी तो पहले ही मैनू मिल रही सी, भावना वो वेव्स आ रही सन। कहंदा भी जिहड़ी चंगी फीलिंग्स वो मैनू महसूस हो रही सी अध्यात्मक पक्ष दी, पर एकदम प्रतख तौर पर जब उन्हें फोटो खिंची ਉਹਦੇ ਵਿੱਚ भी कहंदा भी वो जोत प्रकाश आया, श्री गुरु ग्रंथ साहिब जी दे विचों लाइट निकली और महाराज दे उपर घूमी, वो चंगी जोत बन गए। तो गुरु साहिब की परिक्रमा करदियां ते वो कहंदा भी मेरी उंगल नूं टच कीती, जब उंगल नूं टच कीती करंट की तरह वेव्स शरीर दे विच घूमियां, जिस तरह पागल बंदे नूं करंट ला के सही कर देईदा। शरीर हल्का फुल हो गया। कहंदा खब्बा कन अपना सज्जा कन मेरा सुनदा नहीं सी, तो डॉक्टर ने लिखिया होया सीगा भी ये कैंसर ज़्यादा है, ये सारी उम्र तो ये राही सुन नहीं सकेगा। एकदम कहंदा बिलाऊ खुलिया, फिर दिमाग के उपर कहंदा इन्ना बोझ सीगा भी जिस तरह किसी ने पत्थर रखिया होवे। ट्यूमर तो कहंदा अजे भी पत्थर की तरह विच मैनूं महसूस हो रहा भी वो विच पत्थर है, पर उसकी दर्द खत्म हो गई। जियों ही वो वेव्स वो जोत ने टच किया सिर नूं मन मस्तक के उपर, तो वो जब टच हुई तो एकदम वो शरीर हल्का, मेरी सिर दर्द कहंदा खत्म हो गई। जिहड़ियां लत्तां टुट रही सन, शरीर भज टुट रहा सी, एकदम वो सारी गुरबाणी का असर शरीर उपर पिया तो शरीर बिल्कुल तंदुरुस्त हो गया। फिर पूरा मैं चौंकड़ा मार के घर वाली ने आख्या भी मैनूं बुलाउणा नहीं, गल नहीं मेरे नाल करनी, क्योंकि मेरा संपर्क सीधा गुरबाणी नाल जुड़िया होया सी। संपूर्ण श्री अखंड पाठ साहिब एक हिंदू जेंटलमैन, जब मैं उसकी स्पीच सुनी उसकी दाढ़ी ते मुच्छां शेव कराई हुई सी ताजी ताजी, मतलब हिंदू बंदा सिर तो मोना। तो वेखो गुरबाणी जिवें गुरु नानक साहिब जी ये नहीं सी वेखदे भी बंदा मुसलमान है, ये नहीं सी वेखदे भी हिंदू है, ये नहीं वेखदे भी ये सिद्ध है, कल्ला सिखां दी किरपा नहीं की। असीं तां दुनिया नूं दस नहीं सके भी गुरु ग्रंथ साहिब सांझे ने। अज भैड़े लोग महाराज की बेअदबी करन दे तुले हुए ने, असीं समझा नहीं सके। असीं जथेदारियां प्रधानगियां दे लालच आख्या भी गुरु ग्रंथ साहिब साडा ही है, सिख असीं ही हाँ, आपां ही फौजां ने अंग जकारे छड्डण वाले, बाकी तो एवें ही तुरे फिरदे ने। ਜਾਂ ਦੂਜਿਆਂ ਨੂੰ ਤੋੜ ਕੇ ਸੁੱਟ ਦਈਦਾ ਉਹਦੀ ਬੇਅਦਬੀ, ਉਹ ਫਿਰ ਅਗਲੇ ਨੂੰ ਗੁੱਸਾ ਆਉਂਦਾ। ਸਾਡੇ ਗੁਰੂਆਂ ਨੇ ਐਸਾ ਨਹੀਂ ਕੀਤਾ, ਸਾਰਿਆਂ ਨੂੰ ਆਪਣੀ ਗੱਲ ਨਾਲ ਲਾਇਆ। ਉਹ ਕਹਿੰਦਾ ਵੀ ਇਹ ਕੋਈ ਚਮਤਕਾਰ ਨਾ ਸਮਝਿਓ, ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਉਹ ਮੇਰੇ ਤੇ ਹੋਈ ਹੈ, ਤੁਹਾਡੇ ਤੇ ਵੀ ਹੋ ਸਕਦੀ ਹੈ। ਤੇ ਇਸ ਲਈ ਇਹ ਕੋਈ ਕਰਾਮਾਤ ਜਾਂ ਚਮਤਕਾਰ ਨਹੀਂ ਹੈ, ਇਹ ਮਹਾਰਾਜ ਦੀ ਬਖਸ਼ਿਸ਼, ਮਹਾਰਾਜ ਦੀ ਕਿਰਪਾ ਹੈ। ਕਿਰਪਾ ਲੈਣ ਵਾਸਤੇ ਅਰਦਾਸ ਜ਼ਰੂਰੀ ਹੈ। ਬਾਅਦ 'ਚ ਕਹਿੰਦਾ ਮੈਂ ਰਿਪੋਰਟਾਂ ਕਰਾਈਆਂ ਤੇ ਡਾਕਟਰਾਂ ਨੇ ਮੈਨੂੰ ਲਿਖ ਕੇ ਦਿੱਤਾ ਵੀ ਇਹ ਬੰਦਾ ਦਵਾਈਆਂ ਤੇ ਆਪਰੇਸ਼ਨ ਨਾਲ ਠੀਕ ਨਹੀਂ ਹੋਇਆ, ਇਹ ਗੁਰਬਾਣੀ ਪੜ੍ਹ ਸੁਣ ਕੇ ਠੀਕ ਹੋਇਆ। ਉਸ ਦਿਨ ਤੋਂ ਬਾਅਦ ਕਹਿੰਦੇ ਉਸ ਹਸਪੀਟਲ 'ਚ ਵੀ ਡਾਕਟਰਾਂ ਨੇ ਸੁਖਮਨੀ ਸਾਹਿਬ ਦਾ ਪਾਠ ਚਾਲੂ ਕਰਾ ਦਿੱਤਾ ਵੀ ਬਾਣੀ ਵੀ ਸੁਣੋ ਭਾਈ। तो इसलिए दुख रोग संताप उतरे, सुनी सच्ची बाणी, संत साजन भये सरस, पूरे गुर ते जाने। महाराज बख्शिश कर रहे ने। सतगुर दाता मुक्त कराए, अमृत नाम दे दाते सतगुरु जी नाम दी दात दे के जीवां नूं रोगां तो, दुखां तो, कलेशां तो मुक्त करा दिंदे ने। दुख कलेश न भाव व्यापै, गुर मंत्र हृदय होए। सब रोग गवाए, अमृत रस पाए। जो अमृत नाम रस नूं पाउंदे ने उन्हां दे हौमे आदक दे भी सारे दुख रोग गुरु जी गवा दिंदे, मेट दिंदे हन। जामा जागात नाही कर लागा, मसूल लैण वाले यमदूतां दा उस मनुख नूं मसूल नहीं लग सकदा। भाव यमदूत कर्मा धर्मां दा टैक्स मसूल नहीं लै सकदे। लोक दंड, पितरदंड इत्यादि मसूल नहीं लग सकदा। जैसा अगन बुझे ठार सीना है, जिस दे
ਅੰਦਰੋਂ ਤ੍ਰਿਸ਼ਨਾ ਦੀ ਅੱਗ ਬੁਝ ਗਈ, ਨਿਮਰਤ ਹੋ ਗਈ ਹੈ ਅਤੇ ਸੀਨਾ ਛਾਤੀ ਨਾਮ ਦੀ ਠੰਡਕ ਕਰਕੇ ਸੀਤਲ ਹੋ ਗਈ ਹੈ। ਕਾਇਆ ਹੰਸਾ ਪ੍ਰੀਤ ਬਹੁਤਾਰੀ। ਇਸ ਦੇਹੀ ਤੇ ਜੀਵ ਆਤਮਾ ਨੇ ਆਪਸ ਵਿੱਚ ਬਹੁਤ ਸਾਰੀ ਪ੍ਰੀਤੀ ਧਾਰਨਾ ਕੀਤੀ ਹੈ। ਓਹ ਜੋਗੀ ਪੁਰਖਾ ਓਹ ਸੁੰਦਰ ਨਾਰੀ। ਉਹ ਜੀਵ ਆਤਮਾ ਜੋਗੀ ਪੁਰਖ ਦੀ ਤਰ੍ਹਾਂ ਅਸੰਗ ਫੇਰੀ ਪਾ ਕੇ ਚਲੇ ਜਾਣ ਵਾਲਾ ਹੈ ਤੇ ਉਹ ਦੇਹ ਸੋਹਣੀ ਇਸਤਰੀ ਦੀ ਤਰ੍ਹਾਂ ਹੈ। ਅਹਨਿਸਾ ਭੋਗੈ ਚੋਜ ਬਿਨੋਦੀ। ਇਹ ਦੇਹੀ ਜੀਵ ਆਤਮਾ ਦੇ ਆਸਰੇ ਦਿਨ ਰਾਤ ਭੋਗਾਂ ਨੂੰ ਭੋਗਦੀ, ਅਸਚਰਜ ਕੌਤਕਾਂ ਨੂੰ ਕਰਦੀ ਹੈ। ਜੀਵ ਆਤਮਾ ਤੇ ਦੇਹ ਦੋਵੇਂ ਅਸਚਰਜ ਕੌਤਕ ਕਰਦੇ ਹੋਏ ਰਾਤ ਦਿਨ ਭੋਗਾਂ ਨੂੰ ਭੋਗਦੇ ਹਨ। ਓਠ ਚਲਤਾ ਮਤਾ ਨ ਕੀਨਾ ਹੈ। ਜਦੋਂ ਆਗਿਆ ਆਉਂਦੀ ਹੈ ਉਦੋਂ ਦੇਹ ਨੂੰ ਤਿਆਗ ਕੇ ਜੀਵ ਆਤਮਾ ਪਰਲੋਕ ਨੂੰ ਉੱਠ ਚੱਲਦਾ ਹੈ। ਫਿਰ ਦੇਹੀ ਨਾਲ ਕੋਈ ਸਲਾਹ ਵੀ ਨਹੀਂ ਕਰਦਾ। ਸ੍ਰਿਸ਼ਟੀ ਉਪਾਏ ਰਹੇ ਪ੍ਰਭ ਸਾਜੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ ਪਰਮੇਸ਼ਰ ਆਪ ਹੀ ਉਸ ਵਿੱਚ ਫੱਬ ਰਿਹਾ, ਬਿਰਾਜਮਾਨ ਹੋ ਰਿਹਾ ਹੈ। ਪੌਣ ਪਾਣੀ ਬੈਸੰਤਰ ਗਾਜੈ। ਹਵਾ, ਪਾਣੀ, ਅੱਗ, ਆਕਾਸ਼, ਪ੍ਰਿਥਵੀ ਕਰਕੇ ਸ੍ਰਿਸ਼ਟੀ ਪ੍ਰਗਟ ਕੀਤੀ ਹੈ। ਕੋਈ ਜੀਵ ਪਾਣੀ ਦੀ ਤਰ੍ਹਾਂ ਸਤੋ ਗੁਣ, ਪੌਣ ਦੀ ਤਰ੍ਹਾਂ ਰਜੋ ਗੁਣ ਤੇ ਅਗਨੀ ਦੀ ਤਰ੍ਹਾਂ ਤਮੋ ਗੁਣ ਵਿੱਚ ਬੋਲ ਰਹੇ ਨੇ। ਇਹ ਗੂੰਜ ਪੈ ਰਹੀ ਹੈ। ਮਨੁਆ ਡੋਲਾ ਦੂਤ ਸੰਗਤ ਮੈਲਾ। ਪਰ ਉਸ ਰਚਨਹਾਰੇ ਪ੍ਰਮਾਤਮਾ ਨੂੰ ਭੁਲਾ ਕੇ ਜੀਵ ਦਾ ਮਨ ਕਾਮ ਕ੍ਰੋਧ ਆਦਿਕ ਵੈਰੀਆਂ ਦੀ ਸੰਗਤ ਵਿੱਚ ਮਿਲ ਕਰਕੇ ਡੋਲ ਰਿਹਾ ਹੈ। ਸੋ ਪਾਏ ਜੋ ਕੈ ਛਾਇ ਕੀਨਾ ਹੈ। ਜੋ ਕੁਝ ਵੀ ਜੀਵ ਨੇ ਕਰਮ ਕੀਤਾ ਹੈ ਉਸੇ ਅਨੁਸਾਰ ਹੀ ਫਲ ਪਾਉਣਾ ਕਰਦਾ ਹੈ। ਨਾਮ ਵਿਸਾਰ ਦੁਖ ਦੁਖ ਸਹੀਆ। ਇਹ ਭਾਈ ਪਰਮੇਸ਼ਰ ਦੇ ਨਾਮ ਨੂੰ ਭੁਲਾ ਕੇ ਸ਼ਬਦ ਸਪਰਸ਼ ਆਦਿਕ ਦੋਸ਼ ਤੇ ਜੰਮਣ ਮਰਨ ਦਾ ਦੁੱਖ, ਕਾਮ ਆਦਿਕ ਦੁੱਖਾਂ ਦੇ ਦੁੱਖ ਹੀ ਸਹਾਰੀ ਦੇ ਨੇ। ਹੁਕਮ ਭਇਆ ਚੱਲਣਾ ਕਿਉਂ ਰਹੀਆ। ਜਦ ਪਰਮੇਸ਼ਰ ਦਾ ਹੁਕਮ ਹੋਇਆ ਕਿ ਇਥੋਂ ਤੁਰ ਜਾਣਾ ਹੈ ਫਿਰ ਕਿਵੇਂ ਰਹਿ ਸਕੀਦਾ। ਇੱਕ ਸਕਿੰਟ ਨਹੀਂ ਰਹਿ ਸਕਾਂਗੇ। ਨਾਰਕ ਕੂਪ ਮਹਿ ਗੋਤੇ ਖਾਵਾ। ਮੰਦ ਕਰਮਾਂ ਵਾਲੇ ਪੁਰਖ ਨਰਕਾਂ ਰੂਪੀ ਖੂਹ ਵਿੱਚ ਗੋਤੇ ਖਾਂਦੇ ਰਹਿੰਦੇ ਹਨ। ਜਿਉਂ ਜਲ ਤੇ ਬਾਹਰ ਮੀਨਾ ਹੈ। ਅਤੇ ਇੰਜ ਤੜਫਦੇ ਨੇ ਜਿਵੇਂ ਪਾਣੀ ਤੋਂ ਬਾਹਰ ਮੱਛੀ ਤੜਫਦੀ ਹੈ। 84 ਨਰਕ ਸਾਗਤ ਭੋਗਾਈਆ। 84 ਲੱਖ ਜੂਨਾਂ ਰੂਪੀ ਨਰਕਾਂ ਵਿੱਚ ਕਠੋਰ ਚਿੱਤ ਵਾਲੇ ਪਾਪੀ ਪੁਰਸ਼ ਭੁਗਤਾਏ ਜਾਂਦੇ ਹਨ। ਜੈਸਾ ਕੀਚੈ ਤੈਸੋ ਪਾਈਆ। ਜਿਹੋ ਜਿਹਾ ਜੀਵ ਕਰਮ ਕਰਦਾ ਉਹੋ ਜਿਹਾ ਹੀ ਫਲ ਪ੍ਰਾਪਤ ਕਰਦਾ ਹੈ। ਸਤਿਗੁਰ ਬਾਝਹੁ ਮੁਕਤ ਨ ਹੋਈ। ਸਤਿਗੁਰਾਂ ਤੋਂ ਬਿਨਾ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਕਿਰਤ ਬਾਧਾ ਗ੍ਰਸ ਦੀਨਾ ਹੈ। ਅਤੇ ਜੀਵ ਕੀਤੇ ਹੋਏ ਕਰਮਾਂ ਦਾ ਬੰਨਿਆ ਹੋਇਆ ਜਾਣ ਕੇ ਜਮਾਂ ਨੇ ਪਕੜ ਕੇ ਨਰਕਾਂ ਦੇ ਵਿੱਚ ਦੇਣਾ ਕੀਤਾ, ਘਸੋੜ ਦਿੱਤਾ ਹੈ। ਖੰਡੇ ਤਾਰ ਗਲੀ ਅਤ ਭੀੜੇ। ਨਰਕ ਦੀ ਹਾਲਤ ਦੱਸਦੇ ਨੇ ਕਿ ਉੱਥੇ ਖੰਡੇ ਦੀ ਧਾਰ ਨਾਲੋਂ ਤਿੱਖੀ ਤੇ ਅਤਿਅੰਤ ਤੰਗ ਗਲੀ ਹੈ, ਜਿਸ ਵਿੱਚ ਦੀ ਜੀਵਾਤਮਾ ਲੰਘਦੀ ਹੈ ਤੇ ਕੁੱਪ ਹਨੇਰਾ ਹੈ।
कोई उत्थे स्ट्रीट लाइट नहीं है। लेखा लीजा तिल ज्यों पीड़ी। उत्थे यमदूत मंद कर्मियां दा इंज हिसाब किताब लैंदा है जिवें तिल कहानी च पीड़े जांदे ने। मात पिता कलतर सुत बेली नाही। उत्थे मां प्यो इस्त्री पुत्र आदि कोई संबंधी भी सहायक नहीं है। बिन हर रस मुगत ना कीना है। हरि परमेश्वर दे नाम रस तो बिना किसी नूं भी मुक्ति दे सहित नहीं कीता है। मीत सखे केते जग माही। मित्र सहायक आदिक किन्ने ही संसार च तुरे फिरदे ने। सब चाह दे प्याले दे यार ने, पैसे दे मित्र ने। बैन गुर परमेश्वर कोई नाही। परंतु गुरु अते परमेश्वर तो बिना उथे कोई भी नहीं छुड़ा सकदा। गुर की सेवा मुगत परायण। जिन्हां ने गुरां दी सेवा टहल दे आसरे हो के आन देना कीर्तन कीना है। रात दिन हरि दा जस कीता ओही पुरख जीवन मुक्ति नूं पाउणा करदा। बाकी सब जमां दे वस पै के नरकां दे विच जांदे हन। एक तां प्रतੱਖ ने, एक जूना रूपी नरक ने। सब जमां दे वस पैणगे। गुरु साहिब किरपा करन, आप अपनी संगत नूं बख्श लैण। कूड़ छोड़ साचे को धाव हो। हे भाई, झूठ नूं छड्ड के सच्चे नाम दे जपण वल दौड़ ना करो। जो इच्छो हो सोई फल पावो। जे तुसी झूठ बोलना छड्ड दिओगे ते सच्चे नाम जपण वल उद्यम करोगे, फिर जो भी इच्छा करोगे वही धर्म अर्थ काम मोख रूप फल पा लवोगे। साच वखर के व्यापारी बिरले, परंतु सच्चे नाम रूप सौदे दे वणज करन वाले टामे टामे गुरमुख हन। लै लाह सौदा कीना है। जिन्हां ने नाम दा जपन जपाउन रूप सौदा कीता है, ये वणज कीता है ते मुक्ति रूप लाभ प्राप्त कीता है। हर हर नाम वखर लै चला हो। हे भाई, हरे भरे करन वाले हरि परमेश्वर दे नाम रूप सौदे नूं गुरां कोलों लै करके परलोक नूं चलना करो। दर्शन पाव हो सहज महल हो। फिर सुभावक ही सत चित आनंद स्वरूप दे दर्शन दीदारियां नूं पा लवोंगे। गुरमुख खोज लहे जन पूरे। पूਰਨ गुरमुख जन गुरां द्वारा इंज वाहिगुरु नूं ढूंढ लैंदे ने, जां जिहड़े इस उपरोक्त खोज नूं गुरां द्वारा प्राप्त करदे हन ओह गुरमुख जन पूਰਨ हन। इउं समदरसी चीना है। इंज सब नूं एक समान वेखण वाले परमेश्वर नूं गुरमुखां ने जाणिया है, या इंज सारियां च वाहिगुरु नूं एक समान जाणिया है। प्रभ बेअंत गुरमत को पावै। हे भाई, परमेश्वर अंत तो रहत है। गुरां दी सिੱਖਿਆ द्वारा कोई विरला ही परमेश्वर नूं पाउंदा है। गुर कै शब्द मन को समझावे है। जो गुरां दे उपदेश विच जुड़ के अपने मन नूं विकारां वल्लों हटण अते परमार्थ वल जुड़न बारे समझाउंदा है। सतगुर की बाणी सत सत कर मानो। सतगुरां दी उपदेश सत स्वरूप की प्राप्ति कराउण वाली बाणी नूं सत निश्चय करके सत सची करके मनना करो।
ਇਉਂ ਆਤਮ ਰਾਮੈ ਲੀਨਾ ਹੈ। ਇੰਜ ਆਤਮ ਦਾ ਅਰਥ ਹੈ ਮਨ ਜਾਂ ਜੀਵ ਆਤਮਾ ਪਰਮੇਸ਼ਰ ਵਿੱਚ ਲੀਨ ਹੋ ਜਾਂਦਾ ਹੈ। ਨਾਰਦ ਸਾਰਦ ਸੇਵਕ ਤੇਰੇ, हे ਪਰਮਾਤਮਾ, ਨਾਰਦ ਬ੍ਰਹਮਾ ਦਾ ਪੁੱਤਰ, ਸਾਰਦ ਸਾਰਦਾ ਸਰਸਵਤੀ ਇਤਿਆਦਿਕ ਤੇਰੇ ਹੀ ਦਰ ਦੇ ਸੇਵਕ ਨੇ, ਦਾਸ ਨੇ। ਤ੍ਰਿਭਾਵਨ ਸੇਵਕ ਵੱਡੋ ਵਡੇਰ, ਤਿੰਨਾਂ ਲੋਕਾਂ ਵਿੱਚ ਬ੍ਰਹਮਾ, ਵਿਸ਼ਨੂੰ, ਸ਼ਿਵਜੀ ਆਦਿਕ ਵੱਡਿਆਂ ਤੋਂ ਵੱਡੇ ਤੇਰੇ ਹੀ ਸੇਵਕ ਦਾਸ ਹਨ। ਜਾਂ ਨਾਰਦ ਸਾਰਦ ਸੇਵਕ ਤੇਰੇ, ਨਾਰਦ ਦੀ ਤਰ੍ਹਾਂ ਚੰਚਲ ਮਨ ਅਤੇ ਸਾਰਦਾ ਦੀ ਤਰ੍ਹਾਂ ਸ੍ਰੇਸ਼ਟ ਬੁੱਧੀ ਵਾਲੇ ਤੇਰੇ ਹੀ ਸੇਵਕ ਨੇ। ਤਿੰਨਾਂ ਭਵਨਾਂ ਵਿੱਚ ਤੇਰੇ ਸੇਵਕ ਹੀ ਵੱਡਿਆਂ ਤੋਂ ਵੱਡੇ ਨੇ। ਜਾਂ ਸ਼ਰਵਣ ਕਰਨ ਵਾਲਿਆਂ ਤੋਂ ਮੰਨਣ ਵਾਲੇ, ਮੰਨਣ ਕਰਨ ਵਾਲਿਆਂ ਤੋਂ ਨਿਧਿਆਸਨ ਕਰਨ ਵਾਲੇ, ਨਿਧਿਆਸਨ ਕਰਨ ਵਾਲਿਆਂ ਤੋਂ ਗਿਆਨ ਵਾਲੇ, ਗਿਆਨ ਵਾਲਿਆਂ ਤੋਂ ਸਰੂਪ ਦੀ ਸਿਖਿਆਤਤਾ ਵਾਲੇ, ਸਰੂਪ ਦੀ ਸਿਖਿਆਤਤਾ ਤੋਂ ਮਾਨ ਨੂੰ ਤਿਆਗਣ ਵਾਲੇ ਆਦਿਕ ਵੱਡਿਆਂ ਤੋਂ ਵੱਡੇ ਨੇ। ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ, हे ਪ੍ਰਮਾਤਮਾ, ਸਾਰੀ ਤੇਰੀ ਹੀ ਸ਼ਕਤੀ ਵਰਤਦੀ ਹੈ। ਤੂੰ ਸਾਰਿਆਂ ਦੇ ਸਿਰ ਬਸੇਰ ਰੋਜੀ ਆਦਿਕ ਦੇ ਤਾਈਂ ਦੇਣ ਵਾਲਾ ਹੈ। ਸਭ ਤੇਰੋ ਕਾਰਨ ਕੀਨਾ ਹੈ, ਸਾਰਾ ਤੇਰਾ ਹੀ ਸੰਸਾਰ ਪੈਦਾ ਕੀਤਾ ਹੋਇਆ ਹੈ। ਇੱਕ ਦਰ ਸੇਵਹਿ ਦਰਦ ਮੰਨਿਆਏ, हे ਪ੍ਰਮਾਤਮਾ, ਇੱਕ ਤੇਰੇ ਦਰਵਾਜ਼ੇ ਉੱਪਰ ਸੇਵਕ ਬਣ ਕੇ ਤੇਰੀ ਭਗਤੀ ਰੂਪ ਸੇਵਾ ਕਰਦੇ ਨੇ, ਜਿਨ੍ਹਾਂ ਦੀ ਤੂੰ ਅਵਿਦਿਆ ਜਮਨ ਮਰਨ ਦੀ ਦਰਦ ਪੀੜਾ ਨੂੰ ਨਾਸ਼ ਕਰ ਦਿੰਦਾ ਹੈ। ਓਏ ਦਰਗਹਿ ਪੈਦੇ ਸਤਿਗੁਰੂ ਛੁਡਾਏ, ਸਤਿਗੁਰੂ ਜੀ ਨੇ ਉਹ ਜੰਮਣ ਮਰਨ ਦੇ ਕਲੇਸ਼ਾਂ ਤੋਂ ਛੁਡਾ ਲਏ ਨੇ। ਉਹ ਪਰਮੇਸ਼ਰ ਦੀ ਨਿਆਈ ਸਭਾ ਵਿੱਚ ਜਸ ਰੂਪ ਪੋਸ਼ਾਕਾਂ ਪਹਿਨਾ ਕੇ ਸਤਿਕਾਰੇ ਜਾਂਦੇ ਹਨ। ਆਉ ਮੈਂ ਬੰਧਨ ਸਤਿਗੁਰ ਤੋੜੇ, ਕਿਉਂਕਿ ਸਤਿਗੁਰਾਂ ਨੇ ਉਹਨਾਂ ਦੇ ਹੰਗਤਾ ਮਮਤਾ ਆਦਿਕ ਦੇ ਜੰਜਾਲ ਤੋੜ ਦਿੱਤੇ ਹਨ। ਚਿਤ ਚੰਚਲ ਚੱਲਣ ਨਾ ਦੀਨਾ ਹੈ, ਜਿਸ ਕਰਕੇ ਉਹਨਾਂ ਨੇ ਆਪਣੇ ਚਲਾਈ ਮਨ ਚਿੱਤ ਮਨ ਨੂੰ ਪਦਾਰਥਾਂ ਵੱਲ ਚੱਲਣ ਨਹੀਂ ਦੇਣਾ ਕੀਤਾ। ਸਤਿਗੁਰ ਮਿਲੋ ਚੀਨੋ ਬਿਦ ਸਾਈ, ਇਸ ਲਈ हे ਭਾਈ, ਤੁਸੀਂ ਵੀ ਸਤਿਗੁਰਾਂ ਨੂੰ ਮਿਲਣਾ ਕਰੋ ਅਤੇ ਗੁਰਾਂ ਪਾਸੋਂ ਉਹ ਹਉਮੈ ਆਦਿਕ ਦੇ ਬੰਧਨ ਤੋੜਨ ਦੀ ਜਿਹੜੀ ਜੁਗਤੀ ਹੈ ਉਹਨੂੰ ਜਾਣਨਾ ਕਰੋ, ਪੁੱਛਣਾ ਕਰੋ। ਜਿਤ ਪ੍ਰਭ ਪਾਵੋ ਗਣਤ ਨ ਕਾਈ, ਜਿਸ ਕਰਕੇ ਤੁਸੀਂ ਪਰਮੇਸ਼ਰ ਨੂੰ ਪਾ ਲਵੋਗੇ ਅਤੇ ਤੁਹਾਡੇ ਕਰਮਾਂ ਧਰਮਾਂ ਦੀ ਕੋਈ ਵੀ ਗਿਣਤੀ ਨਹੀਂ ਹੋਵੇਗੀ। ਹਉਮੈ ਮਾਰ ਕਰੋ ਗੁਰ ਸੇਵਾ, हे ਭਾਈ, ਹਉਮੈ ਹੰਗਤਾ ਮਮਤਾ ਨੂੰ ਮਾਰ ਕੇ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਨਾ ਕਰੋ। ਜਨ ਨਾਨਕ ਹਰ ਰੰਗ ਭੀਨਾ ਹੈ, ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਇੰਜ ਦਾਸਾ ਭਾਵ ਧਾਰਨ ਕਰਕੇ ਹਰੀ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਭਿੱਜ ਜਾਈਦਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸਤਿਗੁਰ ਮਿਲੋ ਚੀਨੋ ਬਿਦ ਸਾਈ, ਜਿਤ ਪ੍ਰਭ ਪਾਵੋ ਗਣਤ ਨ ਕਾਈ। ਹਉਮੈ ਮਾਰ ਕਰੋ ਗੁਰ ਸੇਵਾ, ਜਨ ਨਾਨਕ ਹਰ ਰੰਗ ਭੀਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।